ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਸਿਹਤ ਮਾਮਲਿਆਂ ਨੂੰ ਲੈ ਕੇ ਅੱਜ ਇੱਕ ਅਜਿਹਾ ਵਿਸ਼ਾ ਛੂਹਣ ਜਾ ਰਹੇ ਹਾਂ ਜਿਸ ਵਿਸ਼ੇ ਨੂੰ ਲੈ ਕੇ ਸਾਡੀਆਂ ਮਾਵਾਂ ਭੈਣਾਂ ਬੱਚੀਆਂ ਬਹੁਤ ਜ਼ਿਆਦਾ ਪਰੇਸ਼ਾਨ ਨੇ। ਇੰਨੀਆਂ ਕੁ ਪਰੇਸ਼ਾਨ ਨੇ ਕਿ ਇੱਕ ਉਹਨਾਂ ਨੂੰ ਜਿਹੜਾ ਪ੍ਰਤੱਖ ਰੂਪ 'ਚ ਦਿਖਦਾ ਇੱਕ ਮਰਜ਼, ਲੇਕਿਨ ਉਸ ਮਰਜ਼ ਕਰਕੇ ਹੋਰ ਜਿਹੜੇ ਸਾਈਡ ਇਫੈਕਟ ਨਿਕਲ ਕੇ ਉਹਨਾਂ ਦਾ ਨੁਕਸਾਨ ਹੋ ਰਿਹਾ ਹੁੰਦਾ ਬਾਡੀ ਦਾ, ਉਸ ਨੂੰ ਉਹ ਕਿਸੇ ਹੋਰ ਨਜ਼ਰ ਨਾਲ ਦੇਖ ਰਹੇ ਹੁੰਦੇ ਨੇ। ਅਤੇ ਜਦੋਂ ਉਹ ਹੋਰ ਨਜ਼ਰ ਨਾਲ ਦੇਖਦੇ ਨੇ ਅਤੇ ਫਿਰ ਉਹਦਾ ਇਲਾਜ ਵੀ ਕਰਾਉਣ ਕਿਸੇ ਹੋਰ ਡਾਕਟਰ ਕੋਲ, ਕਿਸੇ ਹੋਰ ਐਕਸਪਰਟ ਕੋਲ ਜਾਂਦੇ ਨੇ ਅਤੇ ਨਾ ਸਿਰਫ ਉਹਨਾਂ ਦੀ ਲੁੱਟ ਹੁੰਦੀ ਹੈ ਬਲਕਿ ਉਹ ਉਸ ਨੂੰ ਲੈ ਕੇ ਉਹ ਹੋਰ ਦਵਾਈਆਂ ਵੱਖਰੇ ਵੱਖਰੇ ਸਿਸਟਮ ਦੇ ਨਾਲ ਉਹ ਚੱਲਦੇ ਨੇ ਇਲਾਜ ਕਰਵਾਉਣ ਦੇ, ਅਤੇ ਜਿਹੜਾ ਅਸਲ ਮਰਜ਼ ਦੀ ਜੜ੍ਹ ਹੁੰਦੀ ਹੈ ਉੱਥੇ ਹੋਰ ਅਸਰ ਪੈਂਦਾ ਅਤੇ ਉਹ ਬਿਮਾਰੀ ਹੋਰ ਜ਼ਿਆਦਾ ਵੱਧ ਜਾਂਦੀ ਹੈ। ਕੀ ਹੈ ਵਿਸ਼ਾ, ਆਪਾਂ ਇਸ ਨੂੰ ਅੱਗੇ ਛੂਹਦੇ ਹਾਂ। ਸਭ ਤੋਂ ਪਹਿਲਾਂ ਸਾਡੇ ਅੱਜ ਦੇ ਐਕਸਪਰਟ ਅਮਨਦੀਪ ਜੀ ਕੌਰ ਨਾਲ ਆਪਾਂ ਉਹਨਾਂ ਦਾ ਸਵਾਗਤ ਕਰ ਲਈਏ, ਫਿਰ ਅੱਗੇ ਵਧਦੇ ਹਾਂ। ਅਮਨਦੀਪ ਜੀ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ 'ਤੇ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਵੈਰੀ ਮਚ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅਮਨਦੀਪ ਜੀ, PCOD PCOS ਇੱਕੋ ਹੀ ਗੱਲ ਆ, ਅਤੇ ਇਸ ਨੂੰ ਲੈ ਕੇ ਅੱਜ ਹਰ ਦੂਜੀ ਮਾਂ ਭੈਣ ਬੱਚੀ ਜਿਹੜੀ ਹੈ, ਖਾਸ ਕਰਕੇ ਬੱਚੀਆਂ 'ਚ ਜ਼ਿਆਦਾ ਵੱਧ ਰਹੀ ਹੈ। ਕਿਉਂਕਿ ਬੱਚੀਆਂ 'ਚ ਜ਼ਿਆਦਾ ਵੱਧ ਰਹੀ ਹੈ, ਅੱਗੇ ਤੁਸੀਂ ਆਪ ਹੀ ਦੱਸ ਦਿਓਗੇ ਵੀ ਕਿਉਂ ਵੱਧ ਰਹੀ ਹੈ। ਕਿਉਂਕਿ ਉਹਦੇ ਸਿਸਟਮ ਇਸ ਤਰ੍ਹਾਂ ਦਾ ਹੋ ਗਿਆ, ਖਾਣ ਪਾਣ ਸਾਡਾ ਇਸ ਤਰ੍ਹਾਂ ਹੋ ਗਿਆ, ਉਹਦੇ ਕਰਕੇ ਜਿਹੜਾ ਆਹ ਸਾਰਾ ਸਿਸਟਮ ਜਿਹੜਾ ਗੜਬੜ ਹੁੰਦਾ ਚਲਾ ਜਾ ਰਿਹਾ। ਉਹਨੂੰ ਲੈ ਕੇ ਬਹੁਤ ਸਾਰੀਆਂ ਪ੍ਰੋਬਲਮ ਜਿਹੜੀਆਂ ਉਹ ਹੌਲੀ ਵੱਧ ਕੇ ਕੁਛ ਫੇਸ ਦਾ ਕੁਛ ਬਣ ਜਾਂਦਾ, ਕੁਛ ਦਾ ਕੁਛ ਬਣ ਜਾਂਦਾ, ਅਤੇ ਉਹ ਵੱਡੇ ਲੈਵਲ ਦੇ ਉੱਤੇ ਜਿਹੜੀ ਆ ਮੁਸੀਬਤ ਬਣ ਜਾਂਦੀ। ਇੱਥੋਂ ਤੱਕ ਕਿ ਅੱਜ ਜਿਹੜਾ ਇਨਫਰਟੀਲਿਟੀ ਜਿਹੜੀ ਹੋ ਰਹੀ ਹੈ, ਅੱਜ ਜਿਹੜਾ ਬੇਔਲਾਦੇ ਜੋੜੇ ਨੇ ਉਹਨਾਂ ਨੂੰ ਸਮਝ ਨਹੀਂ ਆਉਂਦੀ ਹੋਰ ਅਸਲ ਕਹਾਣੀ ਕੀ ਹੈ, ਪਰ ਅਸਲ ਕਹਾਣੀ ਨਿਕਲ ਕੇ ਇਹ ਸਮਝ ਆਉਂਦੀ ਹੈ। ਕਿੱਥੋਂ ਸ਼ੁਰੂ ਕਰੋ? ਦੇਖੋ, ਪਹਿਲਾਂ ਆਪਾਂ ਸ਼ੁਰੂ ਕਰਾਂਗੇ ਕਿ ਜਿਵੇਂ ਤੁਸੀਂ ਕਿਹਾ ਪ੍ਰੋਬਲਮ ਬਹੁਤ ਜ਼ਿਆਦਾ ਵੱਧ ਗਈ ਹੈ। ਅਗਰ ਤੁਸੀਂ ਦੇਖੋ ਤਾਂ ਫਰਟੀਲਿਟੀ ਸੈਂਟਰਸ ਬਹੁਤ ਵੱਧ ਗਏ ਹੈ ਫੋਰ ਦ ਸੇਮ ਰੀਜ਼ਨ, ਇਸੀ ਕਰਕੇ ਹੈ ਨਾ, ਕਿਉਂਕਿ ਨੈਚੁਰਲ ਜਿਹੜੀ ਹੈ ਉਹ ਬੱਚੇ ਹੈ, ਜਿਹੜੀਆਂ ਬੱਚੀਆਂ ਹੈ ਨਾ, ਯੰਗ ਵੂਮੈਨ ਹੈ, ਉਹ ਕੰਸੀਵ ਨਹੀਂ ਕਰ ਪਾ ਰਹੀਆਂ। ਪਰ ਉਹਦੇ ਪਿੱਛੇ ਕਾਰਨ ਹੈ ਕਿਉਂ ਨਹੀਂ ਹੋ ਰਿਹਾ, ਕਿਉਂਕਿ ਪਹਿਲਾਂ ਤਾਂ ਇਹ ਪ੍ਰੋਬਲਮਸ ਆਉਂਦੀਆਂ ਨਹੀਂ ਸੀ, ਹੈ ਨਾ। ਪ੍ਰੋਬਲਮ ਕੀ ਹੈ? ਪ੍ਰੋਬਲਮ ਆਪਣੇ ਖਾਣੇ 'ਚ ਹੈ, ਠੀਕ ਹੈ। ਖਾਣਾ ਜਿਹੜਾ ਆਪਾਂ ਨੂੰ ਮਿਲ ਰਿਹਾ ਹੈ, ਆਪਾਂ ਨੂੰ ਪਤਾ ਉਹ ਬਹੁਤ ਇੰਪਿਓਰ ਹੈ। ਪੈਸਟੀਸਾਈਡਸ, ਹਰਬੀਸਾਈਡਸ, ਇਹ ਜੋ ਵੀ ਚੀਜ਼ਾਂ ਹੈ, ਜਾਂ ਆਪਾਂ ਜਿਹੜਾ ਦੁੱਧ ਪੀਂਦੇ ਹਾਂ, ਹੈ ਨਾ, ਉਹ ਮੱਝਾਂ ਗਾਵਾਂ ਨੂੰ ਜਿਹੜੇ ਇੰਜੈਕਸ਼ਨ ਲੱਗਦੇ ਹੈ, ਜਾਂ ਉਹ ਵੀ ਪੈਸਟੀਸਾਈਡਸ ਵਾਲਾ ਜਿਹੜਾ ਉਹ ਖਾ ਰਹੀਆਂ ਹੈ, ਘਾਹ ਵਗੈਰਾ, ਹੈ ਨਾ, ਚਾਰਾ ਜਿਹੜਾ ਖੇਤਾਂ 'ਚ ਲੱਗਦਾ ਹੈ। ਇਹ ਜਿਹੜੀਆਂ ਇਹਨਾਂ ਵਿੱਚ ਜਿਹੜੀਆਂ ਚੀਜ਼ਾਂ ਹੁੰਦੀਆਂ, ਜਿਹੜੇ ਕੈਮੀਕਲਸ ਹੁੰਦੇ, ਇਹ ਆਪਣੀ ਬਾਡੀ 'ਚ ਜਾ ਕੇ ਹਾਰਮੋਨਸ ਦੀ ਤਰ੍ਹਾਂ ਮਿਮਿਕ ਕਰਦੇ ਆ, ਠੀਕ ਹੈ। ਆਕਸੀਟੋਸਿਨ ਦੇ ਇੰਜੈਕਸ਼ਨ ਲਾ ਕੇ ਚੋਏ ਜਾ ਰਹੇ ਨੇ ਮੱਝਾਂ। ਬਿਲਕੁਲ, ਤੁਸੀਂ ਉਹ ਦੇਖੋ, ਆਕਸੀਟੋਸਿਨ ਤਾਂ ਬਿਲਕੁਲ ਫੀਮੇਲ ਹਾਰਮੋਨ ਹੈ। ਅਗਰ ਉਹ ਇੱਕ ਮੱਝ ਨੂੰ ਆਪਾਂ ਇੰਜੈਕਸ਼ਨ ਲਾ ਦਈਏ, ਉਹਦਾ ਦੁੱਧ ਦੀ ਕੁਆਂਟਿਟੀ ਵੱਧ ਜਾਂਦੀ ਹੈ, ਠੀਕ ਹੈ। ਤਾਂ ਉਹ ਫੀਮੇਲ ਹਾਰਮੋਨ ਹੈ, ਜਦੋਂ ਫੀਮੇਲ ਬਾਡੀ ਦੇ ਅੰਦਰ ਜਾਏਗਾ ਤਾਂ ਤੁਸੀਂ ਦੇਖੋ ਉਹ ਕਿੰਨਾ ਜ਼ਿਆਦਾ ਨੁਕਸਾਨ ਕਰ ਸਕਦਾ ਹੈ। ਜਿਹੜਾ ਮਿਨਾਰਕੀ ਏਜ ਹੈਗੀ ਆ ਉਹ ਵੱਧ ਗਈ ਹੈਗੀ ਆ, ਬੱਚੇ ਛੋਟੀ ਬੱਚੀਆਂ ਜਿਹੜੀਆਂ ਉਹਨਾਂ ਨੂੰ ਪੀਰੀਅਡਸ ਜਿਹੜੇ ਪਹਿਲਾਂ ਆ ਜਾਂਦੇ ਆ। ਹਾਂਜੀ, ਬਿਲਕੁਲ। ਦੇਖੋ, ਆਪਾਂ ਜਦੋਂ ਆਪਣੇ ਬੱਚੇ ਨੂੰ ਦੁੱਧ ਦਿੰਦੇ ਹਾਂ, ਆਪਾਂ ਸੋਚਦੇ ਹਾਂ ਆਪਾਂ ਇਹਨਾਂ ਨੂੰ ਦਈਏ ਤਾਂ ਕਿ ਇਹਨਾਂ ਦੀ ਸਿਹਤ ਚੰਗੀ ਹੋਵੇ, ਪਰ ਜਦੋਂ ਆਪਾਂ ਦੁੱਧ, ਦਹੀਂ, ਐਵੇਂ ਦੀਆਂ ਚੀਜ਼ਾਂ ਅੱਜ ਕੱਲ੍ਹ ਦਿੰਦੇ ਹਾਂ, ਉਹਨਾਂ ਦਾ ਰੋਲ ਰਿਵਰਸ ਹੋ ਗਿਆ। ਐਕਚੁਅਲੀ ਉਹ ਜ਼ਿਆਦਾ ਹਾਰਮਫੁਲ ਹੋ ਗਏ ਹੈ ਨਾ। ਤਾਂ ਜਦੋਂ ਇਹ ਚੀਜ਼ਾਂ ਆਪਣੇ ਸਰੀਰ 'ਚ ਜਾਂਦੀਆਂ, ਉਹ ਕਿਤੇ ਨਾ ਕਿਤੇ ਜਾ ਕੇ ਹਾਰਮ ਕਰਦੀਆਂ, ਸਪੈਸ਼ਲੀ ਫੀਮੇਲਸ ਦੇ ਵਿੱਚ। ਇਹ ਜਿਹੜੀਆਂ ਵੀ ਚੀਜ਼ਾਂ, ਦੇਖੋ, ਆਕਸੀਟੋਸਿਨ ਤਾਂ ਸਿੱਧਾ ਹੀ ਹਾਰਮੋਨ ਹੈ, ਪਰ ਜਿਹੜੇ ਪੈਸਟੀਸਾਈਡਸ, ਹਰਬੀਸਾਈਡਸ ਹੈ, ਇਹ ਹਾਰਮੋਨਸ ਦੀ ਤਰ੍ਹਾਂ ਐਕਟ ਕਰਦੇ ਆ ਬਾਡੀ 'ਚ ਜਾ ਕੇ। ਫਿਰ ਸਭ ਤੋਂ ਜ਼ਿਆਦਾ ਦੇਖੋ, ਹਾਰਮੋਨ ਜਿਹੜਾ ਫੀਮੇਲ ਬਾਡੀ 'ਚ ਡੋਮੀਨੈਂਟ ਹੈ ਉਹ ਹੈ ਐਸਟ੍ਰੋਜਨ, ਜਿਹੜਾ ਕਿ ਓਵਰੀਜ਼ 'ਚ ਬਣਦਾ ਹੈ। ਉਹ ਸਭ ਤੋਂ ਜ਼ਿਆਦਾ ਜਾ ਕੇ ਅਟੈਕ ਪਹਿਲਾਂ ਕਰਦੀ ਓਵਰੀਜ਼ ਨੂੰ ਹੈ। ਫਿਰ ਉੱਥੋਂ ਹੀ ਸਾਰੀ ਪ੍ਰੋਬਲਮ ਸ਼ੁਰੂ ਹੁੰਦੀ ਹੈ, ਜਿੱਥੇ ਓਵਰੀਜ਼ ਦਾ ਸਾਈਜ਼ ਚੇਂਜ ਹੋ ਗਿਆ, ਜਾਂ ਜਿਵੇਂ ਪੋਲੀਸਿਸਟਿਕ ਓਵੇਰੀਅਨ ਡਿਸਆਰਡਰ ਜਾਂ ਸਿੰਡਰਮ ਕਹਿ ਦਿੰਦੇ ਆ, ਹੈ ਨਾ। ਉਹ ਐਕਚੁਅਲੀ ਸਿਸਟ ਨਹੀਂ ਹੁੰਦੀ, ਇਹ ਐਕਚੁਅਲ 'ਚ ਰੀਅਲੀ ਇਹ ਸਿਸਟ ਨਹੀਂ ਹੈਗੀ, ਹੈ ਨਾ। ਪਰ ਮੈਂ ਉਹਦੀਆਂ ਟੈਕਨੀਕਲ ਡਿਟੇਲਸ ਨਹੀਂ ਜਾਊਂਗੀ, ਕਿਉਂਕਿ ਆਪਾਂ ਮੈਡੀਕਲ ਉਹਦੇ ਲਈ ਨਹੀਂ ਬੈਠੇ, ਕਾਨਫਰੰਸ ਲਈ, ਹੈ ਨਾ, ਕਿ ਇੱਕ ਐਡਵਾਈਸ ਲਈ ਵੀ ਨਹੀਂ ਬੈਠੇ ਆਪਾਂ ਇੱਕ ਜਾਣਕਾਰੀ ਦੇ। ਬਿਲਕੁਲ, ਆਪਾਂ ਇੱਕ ਜਾਣਕਾਰੀ ਦੇਣੀ ਹੈ, ਠੀਕ ਹੈ। ਅਤੇ ਇਹ ਐਕਚੁਅਲੀ ਸਿਸਟ ਹੁੰਦੀ ਨਹੀਂ ਹੈ, ਠੀਕ ਹੈ। ਤਾਂ ਇਹ ਉੱਥੇ ਜਾ ਕੇ ਅਟੈਕ ਕਰਦੀ ਹੈ। ਫਿਰ ਉਹਦੇ ਨਾਲ ਜਦੋਂ ਓਵਰੀ ਠੀਕ ਨਹੀਂ ਹੈ, ਉਹਦੇ ਸਟਰਕਚਰ 'ਚ ਕੋਈ ਹੋ ਗਿਆ, ਫਿਰ ਉਹ ਜੋ ਉਹਦੇ ਹਾਰਮੋਨਸ ਹੈ ਉਹ ਜਾਂ ਤਾਂ ਜ਼ਿਆਦਾ ਬਣਨ ਲੱਗ ਜਾਂਦਾ ਹੈ ਜਾਂ ਘੱਟ ਵਧਣ ਲੱਗ ਜਾਂਦਾ ਹੈ। ਇਸ ਲਈ ਇਹਨੂੰ ਹਾਰਮੋਨਲ ਇੰਬੈਲੈਂਸ ਕਹਿ ਦਿੰਦੇ ਹਾਂ। ਅਤੇ ਜਿਹਦੇ ਕਿ ਸਿੰਮਟਮਸ ਇਹ ਹੈ ਕਿ ਪੀਰੀਅਡਸ ਇਰੈਗੂਲਰ ਹੋ ਜਾਣਾ, ਨਾ ਆਉਣਾ, ਹੈਵੀ ਫਲੋ ਹੋ ਜਾਣਾ, ਸਿਸਟ ਹੋ ਜਾਂਦੀ ਹੈ ਬ੍ਰੈਸਟ ਦੇ ਵਿੱਚ, ਹੈ ਨਾ, ਲੰਪ ਬਣ ਜਾਂਦਾ ਹੈ, ਜਾਂ ਯੂਟਰਸ ਜਾਂ ਓਵਰੀ 'ਤੇ ਵੀ ਹੋ ਸਕਦਾ ਹੈ ਨਾ, ਫੈਬਰਾਇਡਸ ਹੋ ਜਾਂਦੇ ਹੈ। ਹਾਂਜੀ, ਐਂਡੋਮੈਟ੍ਰੀਓਸਿਸ ਹੋ ਜਾਂਦਾ ਹੈ, ਜਿਹਦੇ 'ਚ ਕਿ ਜਿਹੜਾ ਯੂਟਰਸ ਹੈ ਉਹਦੀ ਜਿਹੜੀ ਲਾਈਨਿੰਗ ਹੈ ਉਹ ਥਿਕ ਹੋ ਜਾਂਦੀ ਹੈ, ਠੀਕ ਹੈ। ਇਹ ਸਾਰਾ ਕੁਛ ਹੈ ਸਿਰਫ ਹਾਰਮੋਨਸ ਦੇ ਇੰਬੈਲੈਂਸ ਕਰਕੇ ਹੈ।
ਹਾਰਮੋਨ ਇਨਬੈਲੈਂਸ ਹੁੰਦੇ ਨੇ। ਆਪਾਂ ਕੱਲਾ ਇਸ ਨੂੰ ਸਿਰਫ ਜਿਹੜਾ ਸਾਡਾ ਆਲਾ ਦੁਆਲਾ ਖਰਾਬ ਹੋ ਰਿਹਾ, ਜਲਵਾਯੂ ਖਰਾਬ ਹੋ ਰਹੀ ਹੈ, ਜਿਹਨੂੰ ਆਪਾਂ ਵਾਤਾਵਰਨ ਜਿਹਨੂੰ ਕਹਿ ਸਕਦੇ ਹਾਂ ਆਪਾਂ, ਇਹ ਖਰਾਬ ਹੋ ਰਿਹਾ। ਟੈਸਟੋਸਟਰੋਨ ਜਿਹੜੇ ਹਾਰਮੋਨਸ ਜਿਹੜੇ ਨੇ ਉਹ ਵੱਖਰੇ ਖਰਾਬ ਹੋ ਰਹੇ ਨੇ, ਐਂਡੋਸਟਰੋਨ ਜਿਹੜੇ ਵੱਖਰੇ ਖਰਾਬ ਹੋ ਰਹੇ ਨੇ। ਇਹ ਕਿਤੇ ਨਾ ਕਿਤੇ ਜਿਹੜੇ ਆਪਾਂ ਦੁੱਧ ਪੀ ਰਹੇ ਹਾਂ ਜਾਂ ਕਿਸ ਤਰ੍ਹਾਂ, ਇਕੱਲੇ ਸਿਰਫ ਇਹੀ ਚੀਜ਼ਾਂ ਨੇ ਜਾਂ ਫਿਰ ਸਾਡਾ ਜਿਹੜਾ ਜੰਕ ਫੂਡ ਆ ਜਾਂ ਹੋਰ ਚੀਜ਼ਾਂ ਨੇ ਇਹ ਵੀ ਖਰਾਬ ਕਰ ਰਹੇ ਨੇ? ਦੇਖੋ ਬਿਲਕੁਲ, ਜਿਹੜਾ ਜੰਕ ਫੂਡ ਹੈ ਜਾਂ ਬਾਹਰ ਦਾ ਫੂਡ ਆਪਾਂ ਖਾਂਦੇ ਜਾਂ ਮਠਿਆਈਆਂ ਖਾਂਦੇ ਹਾਂ, ਲੋੜ ਤੋਂ ਜ਼ਿਆਦਾ ਚੀਨੀ ਲੈਂਦੇ ਹਾਂ, ਇਹ ਆਪਣਾ ਜਿਹੜਾ ਸਿਸਟਮ ਹੈ ਉਹਨੂੰ ਡੈਮੇਜ ਕਰਦੇ ਆ। ਠੀਕ ਹੈ, ਉਹਦੇ ਨਾਲ ਕੀ ਹੁੰਦਾ ਕਿ ਇੱਕ ਵਰਡ ਆਪਾਂ ਯੂਜ਼ ਕਰਦੇ ਹਾਂ ਇਨਸੂਲਿਨ ਰੈਜ਼ਿਸਟੈਂਸ, ਜਦੋਂ ਉਹ ਵੱਧ ਜਾਂਦੀ ਹੈ ਉਹਦੇ ਕਰਕੇ ਵੀ ਪ੍ਰੋਬਲਮ ਆਉਂਦੀ ਹੈ ਨਾ। ਤਾਂ ਜਿਹੜਾ ਆਪਾਂ ਬਾਹਰੋਂ ਫੂਡ ਖਾਂਦੇ ਹਾਂ ਉਹ ਆਪਾਂ ਨੂੰ ਪਤਾ ਹੀ ਆ, ਉਹ 3rd ਗ੍ਰੇਡ ਕੁਆਲਿਟੀ ਦਾ ਫੂਡ ਹੀ ਉਹਨਾਂ ਨੇ ਯੂਜ਼ ਕਰਨਾ ਹੈ। ਘਰ 'ਚ ਤਾਂ ਆਪਾਂ ਫਿਰ ਸੋਚਦੇ ਹਾਂ ਕਿ ਆਪਾਂ ਚੰਗੀ ਕੁਆਲਿਟੀ ਦਾ ਲਈਏ। ਜਦੋਂ ਤੁਸੀਂ ਬਾਹਰ ਖਾਣ ਜਾਓਗੇ ਉੱਥੋਂ ਉਹਨਾਂ ਨੇ ਸਭ ਤੋਂ ਚੀਪ ਜਿਹੜਾ ਸਮਾਨ ਮਿਲੂਗਾ ਉਹਨਾਂ ਨੇ ਉਹੀ ਲੈ ਕੇ ਆਉਣਾ ਹੈ। ਤੁਸੀਂ ਸੋਚੋ ਜੇ ਤੁਸੀਂ ਉਹ ਖਾ ਰਹੇ ਹੋ, ਇੱਕ ਆਇਲ ਹੈ ਉਹਦੇ ਵਿੱਚ ਇੱਕੋ ਚੀਜ਼ ਫਰਾਈ ਹੋਈ ਜਾਂਦੀ ਹੈ ਨਾ, ਉਹ ਰੈਂਸਿਡ ਹੋ ਜਾਂਦਾ ਹੈ, ਵੈਸੇ ਕੈਂਸਰਸ ਹੋ ਜਾਂਦਾ ਹੈ। ਤਾਂ ਉਹ ਚੀਜ਼ਾਂ ਆਫਕੋਰਸ ਉਹ ਬਹੁਤ ਜ਼ਿਆਦਾ ਵੱਡਾ ਕੰਟਰੀਬਿਊਟਰ ਹੈਗੀਆਂ। ਤੁਸੀਂ ਇੱਕ ਇਨਸੂਲਿਨ ਰੈਜ਼ਿਸਟੈਂਸ ਦੀ ਗੱਲ ਕੀਤੀ ਹੈਗੀ ਹੈ ਕਿ ਡਾਇਬਟੀਜ਼ ਜਿਹੜੀ ਹੁੰਦੀ ਆ ਬਿਮਾਰੀ, ਸ਼ੂਗਰ ਦੀ ਬਿਮਾਰੀ ਹੈ, ਮਧੂਮੇਹ ਜਿਹਨੂੰ ਹਿੰਦੀ 'ਚ ਕਹਿੰਦੇ ਹੈਗਾ, ਕਿ ਉਹ ਵੀ ਇੱਕ ਕਾਰਨ ਬਣਦੀ ਹੈਗੀ ਹੈ ਇਹ ਆਪਣਾ ਜਿਹੜੇ PCOD ਜਾਂ PCOS ਨੂੰ ਦੀ ਬਿਮਾਰੀ? ਇਹ ਕੋਈ ਜ਼ਰੂਰੀ ਨਹੀਂ ਹੈ। ਠੀਕ ਹੈ, ਜਿਹੜੀ ਇਨਸੂਲਿਨ ਰੈਜ਼ਿਸਟੈਂਸ ਇਹਦਾ ਸਿੰਪਲ ਮਤਲਬ ਹੈ, ਦੇਖੋ ਜਿਹੜੀ ਆਪਣੀ ਬਾਡੀ 'ਚ ਚੀਨੀ ਹੈ ਨਾ, ਉਹਦਾ ਇੱਕ ਲੈਵਲ ਹੈ ਆਪਣੀ ਪੈਨਕ੍ਰੀਆਸ ਨੂੰ ਹੈਂਡਲ ਕਰਨ ਦਾ। ਠੀਕ ਹੈ, ਕਿ ਆਪਣੇ ਸੈੱਲ ਨੂੰ ਕਿੰਨੀ ਚਾਹੀਦੀ ਹੈ। ਇੱਕ ਲੋੜ ਤੋਂ ਜ਼ਿਆਦਾ ਜਿਹੜੀ ਚੀਨੀ ਹੈ ਉਹ ਆਪਣੇ ਸੈੱਲ ਲਈ ਜਾਂ ਆਪਣੇ ਆਰਗਨਸ ਲਈ ਡੈਮੇਜਿੰਗ ਹੈ। ਉਹ ਪੈਨਕ੍ਰੀਆਸ ਦਾ ਕੰਮ ਹੈ ਉਹਨੂੰ ਲਿਮਿਟ 'ਚ ਰੱਖਣਾ। ਠੀਕ ਹੈ, ਪਰ ਜਦੋਂ ਆਪਾਂ ਨੂੰ ਕੰਮ 'ਤੇ ਲਾਈ ਹੋਈ ਰੱਖਣਾ ਹੈ, ਆਪਾਂ ਇਹੋ ਜਿਹੀਆਂ ਚੀਜ਼ਾਂ ਖਾਈ ਜਾਂਦੇ ਹਾਂ ਜਿਹਦੇ ਨਾਲ ਇਨਸੂਲਿਨ ਬਣੀ ਜਾਂਦੀ ਹੈ। ਉਹਦੇ 'ਚ ਇਹ ਨਹੀਂ ਕਿ ਸਿਰਫ ਚੀਨੀ ਹੈ। ਕਈ ਵਾਰ ਲੋਕ ਸੋਚਦੇ ਆ ਮੈਂ ਤਾਂ ਗੁੜ ਖਾਂਦਾ, ਮੈਂ ਤਾਂ ਸ਼ੱਕਰ ਖਾਂਦਾ, ਉਹ ਚੰਗੀ ਚੀਜ਼ ਹੈ, ਪਰ ਜਦੋਂ ਸਰੀਰ 'ਚ ਚਲੀ ਜਾਂਦੀ ਹੈ ਉਹ ਉਹੀ ਇੱਕ ਕੰਮ ਕਰਦੀ ਹੈ। ਦੂਜੀਆਂ ਚੀਜ਼ਾਂ ਹੋਰ ਹੋ ਗਈਆਂ ਜਿਵੇਂ ਰਿਫਾਈਨਡ ਫਲਾਵਰਸ ਹੋ ਗਏ, ਬ੍ਰੈਡ ਹੋ ਗਏ, ਪਾਸਤਾ, ਅੱਜ ਕੱਲ੍ਹ ਮੈਗੀ ਖਾਈ ਜਾ ਰਹੇ ਹਾਂ ਆਪਾਂ, ਇਹ ਸਾਰੀਆਂ ਚੀਜ਼ਾਂ ਇਹ ਉਹਦੇ 'ਚ ਕੰਟਰੀਬਿਊਟ ਕਰਦੀਆਂ। ਸੋ ਉਹ ਅਲਟੀਮੇਟਲੀ ਜਾ ਕੇ ਤੁਸੀਂ ਦੇਖੋ ਉਹ ਫਿਰ ਹਾਰਮ ਕਰਦੀਆਂ, ਉਹ ਵੀ ਐਸਟ੍ਰੋਜਨ ਦੀ ਪ੍ਰੋਬਲਮ ਕਰ ਸਕਦੀ ਹੈ। ਜਿਹੜੇ ਆਪਣੇ ਟ੍ਰੈਡੀਸ਼ਨਲ ਜਿਹੜੇ ਫਾਸਟ ਫੂਡ ਹੋਇਆ ਕਰਦੇ ਸੀ, ਜਿਹਨੂੰ ਆਪਾਂ ਸਨੈਕਸ ਕਹਿੰਦੇ ਸੀਗੇ, ਟਿੱਕੀਆਂ, ਗੋਲ ਗੱਪੇ, ਹੈ ਨਾ, ਅਤੇ ਇਸ ਤਰ੍ਹਾਂ ਦੇ ਜਿਹੜੇ ਫਾਸਟ ਫੂਡ ਹੋਇਆ ਕਰਦੇ ਸੀ, ਉਹ ਮੈਨੂੰ ਲੱਗਦਾ ਇੰਨੇ ਜ਼ਿਆਦਾ ਨੁਕਸਾਨਦਾਇਕ ਨਹੀਂ ਸੀ ਜਿੰਨੇ ਬਰਗਰ, ਪੀਜ਼ੇ, ਨੂਡਲ, ਪਾਸਤੇ ਜਿਹੜੇ ਇਹ ਜ਼ਿਆਦਾ ਨੁਕਸਾਨ ਕਰਨ ਲੱਗੇ, ਕਿਉਂਕਿ ਉਹ ਕਾਫੀ ਚਿਰ ਤੋਂ ਸਾਡੇ ਜਿਹੜੇ ਟ੍ਰੈਡੀਸ਼ਨ ਦੇ ਵਿੱਚ ਸ਼ਾਮਲ ਹੈਗੇ ਨੇ। ਉਦੋਂ ਇਹ ਪ੍ਰੋਬਲਮ ਨਹੀਂ ਆਉਂਦੀ, ਜਦੋਂ ਇਹ ਹੁਣ ਪ੍ਰੋਬਲਮ ਆਉਣੀ ਸ਼ੁਰੂ ਹੋਈ ਹੈ ਪਿਛਲੇ ਕੁਛ ਦਹਾਕਿਆਂ ਤੋਂ। PCOD, PCOS ਜਿਹੜੀ ਹੈ ਇਹ ਕੁਛ ਦਹਾਕਿਆਂ ਤੋਂ ਆਉਣ ਲੱਗੀ ਹੈ। ਕੁਛ ਦਹਾਕਿਆਂ ਤੋਂ ਹੀ ਜਿਹੜੀ ਹੈ ਉਹ ਇਨਫਰਟੀਲਿਟੀ ਅਤੇ ਜਿਹੜਾ ਇਹ ਫੀਮੇਲ ਹਾਰਮੋਨਸ ਦੀ ਪ੍ਰੋਬਲਮ ਵਧੀ ਹੈਗੀ ਹੈ। ਕੀ ਸਮਝਦੇ ਹੋ ਕਿ ਜਿਹੜੇ ਨਵਾਂ ਜਿਹੜੇ ਜੰਕ ਫੂਡ ਜਿਹੜੇ ਆਪਾਂ ਟ੍ਰੈਡੀਸ਼ਨ ਸਟਾਰਟ ਹੋਇਆ, ਬੱਚੇ ਸਮਝਦੇ ਨਹੀਂ ਹੈਗੇ, ਇੱਕ ਵੱਡੀ ਜਿਹੜੀ ਇਹ ਪ੍ਰੋਬਲਮ ਕ੍ਰੀਏਟ ਹੋਣ ਜਾ ਰਹੀ? ਬਿਲਕੁਲ ਸਹੀ ਹੈ। ਦੇਖੋ ਪਹਿਲਾਂ ਕੀ ਸੀਗਾ ਕਿ ਪਹਿਲਾਂ ਥੋੜ੍ਹੇ ਖਾਣੇ ਨੈਚੁਰਲੀ ਵੀ ਠੀਕ ਹੁੰਦੇ ਸੀਗੇ, ਹਾਈਬ੍ਰਿਡ ਜਾਂ GMO ਇਹ ਚੀਜ਼ਾਂ ਨਹੀਂ ਸੀਗੀਆਂ। ਇੱਕ ਤਾਂ ਉਹ ਕੰਟਰੀਬਿਊਟਿੰਗ ਫੈਕਟਰ ਹੈ। ਹੁਣ ਮੋਸਟਲੀ ਜਿਹੜਾ ਆਪਾਂ ਫੂਡ ਆਉਂਦਾ ਬਾਜ਼ਾਰਾਂ 'ਚ ਜਾਂ GMO ਹੈ ਜਾਂ ਉਹ ਹਾਈਬ੍ਰਿਡ ਹੈ। ਦੂਜੀ ਜਿਹੜੇ ਤੁਸੀਂ ਜੰਕ ਫੂਡ ਦੀ ਗੱਲ ਕਰ ਰਹੇ ਹੋ, ਹਾਂ, ਜਿਹੜੇ ਪੀਜ਼ਾ ਪਾਸਤਾਸ ਹੈ ਇਹ ਇਹਨਾਂ 'ਚ ਰਿਫਾਈਨਡ ਕਾਰਬਸ ਬਹੁਤ ਜ਼ਿਆਦਾ ਹੈ, ਜਿਹੜੇ ਕਿ ਆਪਣੇ ਲਈ ਬਹੁਤ ਹਾਰਮਫੁਲ ਹੈ ਨਾ। ਹਾਂਜੀ, ਬੇਸਿਕਲੀ ਆਪਣੇ ਇੰਟੈਸਟਾਈਨਸ ਲਈ ਇਹ ਬਹੁਤ ਖਰਾਬ ਹੈ। ਜਿਹੜਾ ਵੀ ਕੋਈ ਮੈਦੇ ਵਾਲੀ ਚੀਜ਼ ਹੈ ਨਾ, ਰਿਫਾਈਨਡ ਫਲਾਵਰਸ ਹੈ, ਇਹ ਆਪਣੇ ਇੰਟੈਸਟਾਈਨਸ ਲਈ ਬਹੁਤ ਖਰਾਬ ਹੈ। ਅਤੇ ਜੇ ਆਪਣਾ ਸਿਸਟਮ ਕਲੀਅਰ ਨਹੀਂ ਹੋ ਰਿਹਾ, ਉਹ ਤਾਂ ਦੇਖੋ ਆਪਣੇ ਆਯੁਰਵੈਦਿਕ ਉਹਦੇ 'ਚ ਵੀ ਕਹਿੰਦੇ ਕਿ ਬਿਮਾਰੀਆਂ ਦੀ ਜੜ ਆਪਣੇ ਪੇਟ ਤੋਂ ਹੀ ਸ਼ੁਰੂ ਹੁੰਦੀ ਹੈ ਨਾ। ਤਾਂ ਕੌਨਸਟੀਪੇਸ਼ਨ ਹੋ ਜਾਣਾ ਜਾਂ ਐਸੀਡਿਟੀ ਗੈਸ ਹੈ, ਇਹ ਉਹ ਦੇਖੋ ਲਿਵਰ ਦੇ ਡੈਮੇਜ ਦੇ ਸਾਈਨ ਹੈ, ਇਹ ਪਾਇਲਸ ਦੀ ਹੋ ਜਾਂਦੀ ਹੈ ਨਾ। ਅਤੇ ਬਾਕੀ ਇਹ ਕਿ ਦੇਖੋ ਅੱਜ ਕੱਲ੍ਹ ਤਾਂ ਤੁਸੀਂ ਚਾਹੇ ਗੋਲ ਗੱਪੇ ਚਾਹੇ ਟਿੱਕੀਆਂ ਬਾਹਰ ਖਾਓ, ਉਹਨਾਂ ਨੇ ਉਸੇ ਤੇਲ 'ਚ ਬਣਾਈ ਜਾਣਾ ਹੈ। ਠੀਕ ਹੈ, ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ, ਉਹਨਾਂ ਨੇ ਕੋਈ ਕੁਆਲਿਟੀ ਫੂਡ ਨਹੀਂ ਯੂਜ਼ ਕਰਨਾ, ਕੋਈ ਇਹ ਨਹੀਂ ਸੋਚਣਾ ਕਿ ਮੈਂ ਚੰਗੀ ਕੁਆਲਿਟੀ ਦਾ ਲੈ ਕੇ ਆਵਾਂ ਮੈਂ ਆਪਣੇ ਕਸਟਮਰਸ ਲਈ, ਉਹਨਾਂ ਨੇ ਇਹ ਨਹੀਂ ਦੇਖਣਾ। ਠੀਕ ਹੈ, ਉਹਨਾਂ ਨੂੰ ਜਿਹੜੀ ਚੀਜ਼ ਚੀਪ ਮਿਲੇਗੀ, ਜਿਹੜਾ ਤੇਲ ਉਹਨਾਂ ਨੂੰ ਚੀਪ ਮਿਲਿਆ ਉਹਨਾਂ ਨੇ ਉਹ ਖਰੀਦਣਾ। ਠੀਕ ਹੈ, ਜਿਹੜੇ ਉਹਨਾਂ ਨੂੰ ਘਟੀਆ ਕੁਆਲਿਟੀ ਦਾ ਹੋਰ ਕੋਈ ਸਮਾਨ ਮਿਲੇਗਾ ਉਹਨਾਂ ਨੇ ਉਹੀ ਲਿਆ ਕੇ ਯੂਜ਼ ਕਰਨੇ ਆ। ਰੇਹੜੀ 'ਤੇ ਜਾ ਕੇ, ਅਗਰ ਦਰਸ਼ਕਾਂ ਦੀ ਜਾਣਕਾਰੀ ਦੱਸ ਰਹੇ ਹਾਂ, ਰੇਹੜੀ 'ਤੇ ਜਾ ਕੇ ਜੇਕਰ ਲੈਣ ਲੱਗੇ ਨਾ ਕੋਈ ਚੀਜ਼ ਅਤੇ ਅਸੀਂ ਕਹਿ ਦਈਏ ਵੀ ਆਹ ਤਾਂ ਗਲੀ ਹੋਈ ਆ, ਉਹ ਕਹਿੰਦਾ ਸਰਦਾਰ ਜੀ ਰਹਿਣ ਦਿਓ, ਸ਼ਾਮ ਨੂੰ ਹੋਟਲਾਂ ਵਾਲੇ ਸਾਰੇ ਲੈ ਜਾਣਗੇ। ਸੋ ਇਹ ਹਾਲਾਤ ਨੇ ਵੀ ਹੋਟਲਾਂ ਵਾਲੇ ਸਾਨੂੰ ਆਹ ਖਵਾ ਰਹੇ ਨੇ, ਇਹ ਆਪਾਂ ਨੂੰ ਡਿਸਾਈਡ ਕਰਨਾ ਵੀ ਆਪਾਂ ਕੀ ਖਾਣਾ ਹੈਗਾ। ਸੋ ਕਮਿੰਗ ਬੈਕ ਟੂ ਦਾ ਜਿਹੜਾ PCOD ਪ੍ਰੋਬਲਮ, ਹੁਣ ਇਹ ਦੱਸੋ ਕਿ ਜਦੋਂ PCOD ਦੀ ਪ੍ਰੋਬਲਮ ਆਉਂਦੀ ਹੈ ਫਿਰ ਉਹਦੇ ਨਾਲ ਬਾਡੀ ਦੇ ਅੰਦਰ ਕਿਸ ਕਿਸ ਤਰ੍ਹਾਂ ਦੇ ਚੇਂਜਿਸ ਆਉਣੇ ਸ਼ੁਰੂ ਹੋ ਜਾਂਦੇ ਨੇ ਅਤੇ ਕਿੱਥੇ ਸਭ ਤੋਂ ਵੱਡੀ ਮਾਰ ਪੈਂਦੀ ਹੈ? ਠੀਕ ਹੈ,
ਦੇਖੋ ਜਿਵੇਂ ਮੈਂ ਕਿਹਾ ਇਹ ਬੇਸਿਕਲੀ ਓਵਰੀ ਤੋਂ ਸ਼ੁਰੂ ਹੁੰਦਾ ਜਦੋਂ ਆਪਣੇ ਹਾਰਮੋਨਸ ਇੰਬੈਲੈਂਸ ਹੋ ਜਾਂਦੇ ਆ, ਠੀਕ ਹੈ। ਜਿਹੜੀ ਫੀਮੇਲ ਬਾਡੀ ਹੈ ਇਹਦੇ 'ਚ ਦੋ ਹਾਰਮੋਨਸ ਹੈ, ਐਸਟ੍ਰੋਜਨ ਫੀਮੇਲ ਹਾਰਮੋਨ ਹੈ ਤੇ ਟੈਸਟੋਸਟੀਰੋਨ ਜਿਹੜਾ ਮੇਲ ਹਾਰਮੋਨ ਹੈ, ਦੋਨਾਂ 'ਚ ਹੀ ਹੁੰਦਾ ਹੈ, ਠੀਕ ਹੈ ਨਾ। ਹਾਂਜੀ, ਸੋ ਕਈ ਕੇਸਿਸ 'ਚ ਕੀ ਹੁੰਦਾ ਫੀਮੇਲਸ 'ਚ ਟੈਸਟੋਸਟੀਰੋਨ ਵੱਧ ਜਾਂਦਾ ਹੈ ਕਿਉਂਕਿ ਐਸਟ੍ਰੋਜਨ ਜਿਹੜਾ ਹੈ ਉਹ ਘੱਟ ਹੈ, ਟੈਸਟੋਸਟੀਰੋਨ ਵੱਧ ਗਿਆ। ਉਹ ਕੇਸਿਸ 'ਚ ਕੀ ਹੁੰਦਾ ਹੈ ਪੀਰੀਅਡਸ ਘੱਟ ਜਾਂਦੇ ਆ, ਫੇਸ਼ੀਅਲ ਹੇਅਰ ਵੱਧ ਜਾਂਦੇ ਆ, ਠੀਕ ਹੈ, ਜਿਹੜੇ ਮੂੰਹ 'ਤੇ ਵਾਲ ਆ ਜਾਂਦੇ ਆ ਅਤੇ ਸਿਰ ਦੇ ਵਾਲ ਝੜਨ ਲੱਗ ਜਾਂਦੇ ਆ, ਕਈ ਵਾਰ ਆਵਾਜ਼ ਭਾਰੀ ਹੋ ਜਾਂਦੀ ਹੈ। ਇਹ ਮੇਲਸ ਵਾਲੇ ਸਿੰਪਟਮਸ ਆਉਣੇ ਸ਼ੁਰੂ ਹੋ ਜਾਂਦੇ ਆ। ਮੇਲ ਬਣਾਉਣ ਲੱਗ ਜਾਂਦਾ ਨਾ ਹਾਰਮੋਨ, ਮੇਲ ਦੇ ਸਿਰ ਤੇ ਵਾਲ ਘੱਟ ਹੈ, ਫੀਮੇਲ ਦੇ ਸਿਰ ਤੇ ਵਾਲ ਜ਼ਿਆਦਾ ਨੇ, ਫੇਸ ਦੇ ਉੱਤੇ ਜਿਹੜੇ ਉਹ ਵਾਲ ਜ਼ਿਆਦਾ ਨੇ ਮੇਲ ਦੇ, ਉਹ ਮੇਲ ਬਣਾਉਣ ਲੱਗ ਜਾਂਦਾ। ਬਿਲਕੁਲ, ਕਿਉਂਕਿ ਮੇਲ ਹਾਰਮੋਨ ਜ਼ਿਆਦਾ ਹੋ ਗਿਆ ਬਾਡੀ 'ਚ, ਹੈ ਨਾ। ਤਾਂ ਜਾਂ ਕੀ ਹੋ ਸਕਦਾ ਕਿ ਐਸਟ੍ਰੋਜਨ ਡੋਮੀਨੈਂਸ ਹੋ ਗਈ ਜਿਹਦੇ 'ਚ ਕਿ ਉਹ ਜ਼ਿਆਦਾ ਬਣਾ ਰਿਹਾ, ਉਹਦੇ 'ਚ ਕੀ ਹੁੰਦਾ ਕਿ ਸਿਸਟ ਹੋ ਜਾਂਦੀਆਂ, ਜਿਵੇਂ ਬ੍ਰੈਸਟ 'ਚ ਸਿਸਟ ਹੋ ਗਈਆਂ, ਹੈ ਨਾ। ਜਿਹੜਾ ਐਸਟ੍ਰੋਜਨ ਹੈ ਇਹ ਬੇਸਿਕਲੀ ਇੱਕ ਗਰੋਥ ਹਾਰਮੋਨ ਹੈ ਇੱਕ ਤਰ੍ਹਾਂ ਨਾਲ, ਠੀਕ ਹੈ। ਅਗਰ ਆਪਾਂ ਫੀਮੇਲਸ 'ਚ ਦੇਖੀਏ, ਦੇਖੋ ਜੋ ਬ੍ਰੈਸਟ ਦਾ ਸਾਈਜ਼ ਹੈ ਜਾਂ ਹਿਪਸ 'ਤੇ ਜ਼ਿਆਦਾ ਉਹਨਾਂ ਦੇ ਹੁੰਦਾ ਹੈ ਨਾ ਭਾਰ, ਹਾਂਜੀ, ਇਹ ਐਸਟ੍ਰੋਜਨ ਕਰਕੇ ਆ, ਠੀਕ ਹੈ। ਤਾਂ ਹੀ ਜਿਹੜੇ ਮੇਲਸ ਹੈ ਅਗਰ ਉਹਨਾਂ ਦੇ ਜਿਵੇਂ ਜਿਹਨਾਂ ਨੂੰ ਮੈਨ ਬੂਬਸ ਕਹਿ ਦਿੰਦੇ ਆ, ਬ੍ਰੈਸਟ ਥੋੜ੍ਹੀ ਹੈਵੀ ਹੋ ਜਾਂਦੀ ਹੈ, ਉਹਨਾਂ 'ਚ ਐਸਟ੍ਰੋਜਨ ਵੱਧ ਜਾਂਦਾ ਹੈ, ਠੀਕ ਹੈ, ਕਿਉਂਕਿ ਇਸ ਲਈ ਰਿਸਪੋਂਸੀਬਲ ਹੈ। ਪਰ ਜਦੋਂ ਐਸਟ੍ਰੋਜਨ ਫੀਮੇਲ ਬਾਡੀਜ਼ 'ਚ ਲੋੜ ਤੋਂ ਜ਼ਿਆਦਾ ਵੱਧ ਜੇ ਫਿਰ ਉੱਥੇ ਹੀ ਬ੍ਰੈਸਟ ਸਿਸਟ ਜਾਂ ਲੰਪ ਹੋ ਜਾਂਦਾ ਹੈ, ਠੀਕ ਹੈ। ਜਿਵੇਂ ਉਹ ਬ੍ਰੈਸਟ ਕੈਂਸਰ 'ਚ ਵੀ ਹੋ ਸਕਦਾ ਜੇ ਉਹ ਆਪਾਂ ਅਨਕੰਟਰੋਲਡ ਰਹਿੰਦੀ ਹੈ ਤਾਂ, ਜਾਂ ਓਵਰੀਸ 'ਤੇ ਸਿਸਟ ਹੋ ਸਕਦੀਆਂ, ਯੂਟਰਸ 'ਚ ਫਾਈਬਰਾਇਡਸ ਹੋ ਸਕਦੇ ਹੈ, ਅਤੇ ਜਿਵੇਂ ਆਪਾਂ ਨੂੰ ਕਿਹਾ ਪੀਰੀਅਡਸ ਜਿਹੜੇ ਇਰੈਗੂਲਰ ਹੋਣਾ ਹੈ, ਹੈਵੀ ਹੋ ਜਾਣਾ, ਸਕੈਂਟੀ ਹੋ ਜਾਣਾ, ਇਹ ਤਾਂ ਚੀਜ਼ਾਂ ਦੇਖੋ ਹੈ ਹੀ ਹੈ। ਜਦੋਂ ਪੀਰੀਅਡਸ ਇਰੈਗੂਲਰ ਹੁੰਦੇ ਨੇ, ਕਦੇ ਆ ਗਏ ਮਹੀਨੇ 2 ਮਹੀਨੇ ਆਏ ਹੀ ਨਾ, ਫਿਰ ਜਦੋਂ ਤੀਜੇ ਮਹੀਨੇ ਆਏ ਤਾਂ ਉਹ ਹੈਵੀ ਫਲੋ ਆ ਗਿਆ, ਵਿੱਚ ਗੱਠਾਂ ਬਣ ਕੇ ਆਉਣ ਲੱਗ ਗਈਆਂ, ਔਰ ਉਸ ਤੋਂ ਇਲਾਵਾ ਬਲੱਡ ਜਿਹੜਾ 10-10 ਦਿਨ ਰੁਕਦਾ ਹੀ ਨਹੀਂ ਹੈਗਾ, ਕੀ ਇਹਦੇ ਨਾਲ ਫਿਰ ਬਾਡੀ ਦੇ ਅੰਦਰ ਜਿਹੜਾ ਉਹ ਖੂਨ ਦੀ ਕਮੀ ਵੀ ਹੁੰਦੀ ਹੈ? ਦੇਖੋ ਅਗਰ ਹੈਵੀ ਫਲੋ ਹੈ ਨਾ, ਬਲੱਡ ਤੁਹਾਡਾ ਇੰਨਾ ਲਾਸ ਹੋ ਰਿਹਾ, ਉੱਪਰ ਦੀ ਕਈ ਲੋਕ ਹੈ ਮਤਲਬ ਕਿ ਸਾਡੇ ਕੋਲ ਆਉਂਦੇ ਆ ਕਲਾਇੰਟ ਜਿਨ੍ਹਾਂ ਦਾ 10 ਡੇਜ਼ 15 ਡੇਜ਼ ਫਲੋ ਨਹੀਂ ਰੁਕਦਾ, ਤਾਂ ਅਫਕੋਰਸ ਉਹ ਜੋ ਵੀ ਹੈ ਵੂਮਨ ਹੈ, ਲੇਡੀ ਹੈ ਨਾ, ਉਹਨੂੰ ਹੋਏਗੀ ਵੀ ਪ੍ਰੋਬਲਮ, ਉੱਥੇ ਬਲੱਡ ਘਟੇਗਾ ਹੀ ਘਟੇਗਾ, ਉਹ ਡੈਫੀਸ਼ੀਐਂਸੀ ਆਏਗੀ ਹੀ ਆਏਗੀ, ਹੈ ਨਾ। ਇਟਸ ਨੈਚੁਰਲ ਜਿਹੜਾ ਹੈਗਾ ਸਾਈਕਲ, ਇਟਸ 5 ਡੇਜ਼, ਹੈ ਨਾ। ਉਹ ਵੀ ਉਹਦੇ 'ਚ 5 ਡੇਜ਼ ਤੁਹਾਡਾ ਹੈਵੀ ਫਲੋ ਨਹੀਂ ਹੁੰਦਾ, ਹੈ ਨਾ। ਤਾਂ ਅਗਰ ਉਹੀ ਤੁਸੀਂ 3 ਟਾਈਮਸ ਕਰ ਦੋਗੇ ਵਿਦ ਹੈਵੀ ਫਲੋ, ਉਹ ਪ੍ਰੋਬਲਮ ਆਏਗੀ। ਤੁਸੀਂ ਗੱਲ ਕੀਤੀ ਕਿ ਤੁਹਾਡੇ ਕੋਲ ਕਲਾਇੰਟਸ ਆਉਂਦੇ ਨੇ, ਤੁਹਾਡੇ ਕੋਲ PCOD PCOS PCOS ਵਾਲੇ ਜੋ ਕਲਾਇੰਟਸ ਨੇ, ਕਿਉਂਕਿ ਹੁਣ ਜੇਕਰ ਆਪਾਂ ਕਹੀਏ ਥਿਓਰੀਟੀਕਲੀ ਜਿਹੜਾ ਆਪਾਂ ਥਿਓਰੀ ਜਿਹੜੀ ਹੈ ਉਹ ਕੁਛ ਹੋਰ ਹੁੰਦੀ ਹੈ, ਅਤੇ ਜਦੋਂ ਪ੍ਰੈਕਟੀਕਲ 'ਤੇ ਆਉਂਦਾ ਉਹਦੇ 'ਚ ਬੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਅਲੱਗ-ਅਲੱਗ ਚੀਜ਼ਾਂ ਵੀ ਨਿਕਲ ਕੇ ਸਾਹਮਣੇ ਆਉਂਦੀਆਂ ਨੇ। ਪ੍ਰੈਕਟੀਕਲੀ ਜਿਹੜੀ ਹੈ ਉਹ ਤੁਹਾਡੇ ਕੋਲ ਕਿਸ ਤਰ੍ਹਾਂ ਦੇ ਪੇਸ਼ੈਂਟਸ ਆਉਂਦੇ, ਕਿੱਦਾਂ ਦੀ ਪ੍ਰੋਬਲਮਸ ਲੈ ਕੇ ਆ ਰਹੇ ਨੇ PCOD ਵਾਲੇ ਜਿਹੜੇ? ਦੇਖੋ ਜਦੋਂ ਤਾਂ ਇਨੀਸ਼ੀਅਲ ਸਟੇਜ ਹੁੰਦੀ ਹੈ ਉਦੋਂ ਤਾਂ ਨੋਰਮਲੀ ਇਹੀ ਪ੍ਰੋਬਲਮ ਹੁੰਦੀ ਹੈ ਕਿ ਪੀਰੀਅਡਸ ਇਰੈਗੂਲਰ ਹੈ, ਜਦੋਂ ਕੋਈ ਯੰਗ ਬੱਚਾ ਕੋਈ ਆਉਂਦਾ ਹੈ ਨਾ। ਪਰ ਕਈ ਹੈ ਜਦੋਂ ਥੋੜ੍ਹੀ ਦੇਰ ਕਾਫੀ ਸਾਲਾਂ ਤੋਂ ਕਈਆਂ ਨੂੰ ਹੈਗੀ ਇਹ ਪ੍ਰੋਬਲਮ, ਡਾਕਟਰਸ ਤੋਂ ਇਲਾਜ ਕਰਾਈ ਗਏ, ਪਰ ਲੇਟਰ ਉਹਨਾਂ ਦੇ ਕੀ ਹੈ ਸਿਸਟ ਵੀ ਡਿਵੈਲਪ ਹੋ ਚੁੱਕੀ ਹੈ ਨਾ। ਉਸ ਤੋਂ ਇਲਾਵਾ ਹੋਰ ਕੀ ਹੈ, ਉਹਦੇ ਨਾਲ ਫਿਰ ਥਾਇਰਾਇਡ ਵੀ ਅਫੈਕਟ ਹੋ ਚੁੱਕਿਆ ਹੈ, ਕਿਉਂਕਿ ਥਾਇਰਾਇਡ ਮੇਨਲੀ ਫੀਮੇਲਸ ਦੇ ਵਿੱਚ ਸੈਕੰਡਰੀ ਹੈ। ਉਹ ਜਦੋਂ ਐਸਟ੍ਰੋਜਨ ਜ਼ਿਆਦਾ ਆਪਣਾ ਕੰਟਰੋਲ ਹੈ, ਹਾਰਮੋਨਸ ਇੰਬੈਲੈਂਸ ਹੈ, ਥਾਇਰਾਇਡ ਉਦੋਂ ਜਾ ਕੇ ਪ੍ਰੋਬਲਮ ਸ਼ੁਰੂ ਹੁੰਦੀ ਹੈ। ਫਿਰ ਜਦੋਂ ਕਾਫੀ ਦੇਰ ਤੱਕ ਹੈ ਫਿਰ ਥਾਇਰਾਇਡ 'ਚ ਵੀ ਪ੍ਰੋਬਲਮ ਆ ਜਾਂਦੀ ਹੈ। ਜਦੋਂ ਥਾਇਰਾਇਡ ਦੀ ਪ੍ਰੋਬਲਮ ਸ਼ੁਰੂ ਹੋ ਗਈ ਫਿਰ ਓਵਰਵੇਟ ਸ਼ੁਰੂ ਹੋ ਜਾਏਗਾ, ਜਾਂ ਹੋਰ ਮੈਟਾਬੋਲਿਜ਼ਮ 'ਚ ਪ੍ਰੋਬਲਮ ਆਉਣ ਲੱਗ ਜਾਂਦੀ ਹੈ, ਤਾਂ ਉਹ ਫਿਰ ਉਸ ਤੋਂ ਬਾਅਦ ਤਾਂ ਚੇਨ ਰਿਐਕਸ਼ਨ ਸ਼ੁਰੂ ਹੋ ਜਾਂਦਾ ਹੈ ਨਾ। ਇਹਦੇ 'ਚ ਲੇਡੀਜ਼ ਜਿਹੜੀਆਂ ਜਾਂ ਕੁੜੀਆਂ ਜਿਹੜੀਆਂ ਨੇ, ਜਾਂ ਨਿਊਲੀ ਮੈਰਿਡ ਕਪਲ ਹੈਗੇ ਨੇ, ਜਾਂ ਲੇਡੀਜ਼ ਜਿਹੜੀਆਂ ਹੈਗੀਆਂ ਨੇ, ਉਹਨਾਂ ਨੂੰ ਅੱਗੇ ਬੱਚਾ ਕਨਸੀਵ ਕਰਨ ਲੱਗੇ ਵੀ ਵੱਡੀ ਪ੍ਰੋਬਲਮ ਆਉਂਦੀ ਹੈ? ਹਾਂਜੀ ਬਿਲਕੁਲ। ਦੇਖੋ ਜਦੋਂ ਆਪਾਂ ਗੱਲ ਕਰਦੇ ਹਾਂ ਇੱਕ ਹੈਲਦੀ ਬਾਡੀ ਦੀ, ਠੀਕ ਹੈ, ਇੱਕ ਹੈਲਦੀ ਬਾਡੀ ਹੀ ਇੱਕ ਨੋਰਮਲੀ ਚਾਈਲਡ ਨੂੰ ਕਨਸੀਵ ਕਰ ਸਕਦੀ ਹੈ। ਅਗਰ ਬਾਡੀ ਹੈਲਥੀ ਨਹੀਂ ਹੈ, ਉਹਨੂੰ ਪ੍ਰੋਬਲਮ ਹੈ, ਪਹਿਲੇ ਦੇਖੋ ਓਵਰੀ ਦੀ ਹੈਲਥ 'ਤੇ ਡਿਪੈਂਡ ਕਰਦਾ ਕੁਆਲਿਟੀ ਆਫ ਐਗ, ਠੀਕ ਹੈ ਨਾ। ਅਗਰ ਉਹ ਇਨਫ ਐਗ ਨਹੀਂ ਬਣਾ ਪਾ ਰਹੀ ਜਾਂ ਉਹਦਾ ਐਗ ਦੀ ਕੁਆਲਿਟੀ ਅੱਛੀ ਨਹੀਂ ਹੈ, ਤਾਂ ਉਹ ਬੱਚਾ ਜਾਂ ਉਹ ਜੋ ਵੂਮਨ ਹੈ ਉਹ ਨਹੀਂ ਕਨਸੀਵ ਕਰ ਪਾਏਗੀ, ਠੀਕ ਹੈ। ਅਤੇ ਉਸ ਤੋਂ ਬਾਅਦ ਜਿਵੇਂ ਮੈਂ ਕਿਹਾ ਕਈਆਂ ਨੂੰ ਥਾਇਰੋਇਡ ਦੀ ਪ੍ਰੋਬਲਮ ਡਿਊਰਿੰਗ ਪ੍ਰੈਗਨੈਂਸੀ ਆ ਜਾਂਦੀ ਹੈ, ਉਹ ਵੀ ਇਸੀ ਕਰਕੇ ਕਿਉਂਕਿ ਉਹ ਐਸਟ੍ਰੋਜਨ ਡੋਮੀਨੈਂਟ ਬਾਡੀ ਹੈ, ਜਾਂ ਕਈਆਂ ਨੂੰ ਪਹਿਲਾਂ ਹੀ ਹੁੰਦੀ ਹੈ। ਤਾਂ ਜੇ ਇਸ ਪ੍ਰੋਬਲਮ ਹੈ, ਥਾਇਰੋਇਡ ਦੀ ਪ੍ਰੋਬਲਮ ਹੈਂਡਲ ਨਹੀਂ ਹੈ, ਉਹ ਕਨਸੀਵ ਕਰ ਵੀ ਲਏ, ਉਹ ਬੱਚੇ ਦੀ ਮੈਂਟਲ ਹੈਲਥ ਲਈ ਠੀਕ ਨਹੀਂ ਹੈ। ਇਹਦੇ ਨਾਲ ਯੂਟਰਸ ਦੇ ਉੱਤੇ ਜਿਹੜਾ ਫੈਟ ਵੀ ਉਹ ਇਕੱਠਾ ਹੋ ਜਾਂਦਾ ਹੈ, ਕਿਉਂਕਿ ਜਦੋਂ ਆਪਾਂ ਇਸ ਤਰ੍ਹਾਂ ਦੀ ਕਿਤੇ ਵੀ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਇਨਫਲਾਮੇਸ਼ਨ ਹੋ ਜਾਂਦੀ ਹੈ। ਇਨਫਲਾਮੇਸ਼ਨ ਹੁੰਦੀ ਹੈ, ਉਸ ਇਨਫਲਾਮੇਸ਼ਨ 'ਚ ਸੋਜ ਆ ਜਾਂਦੀ ਹੈ, ਫੈਟ ਇਕੱਠਾ ਹੋ ਜਾਂਦਾ, ਇੱਦਾਂ ਦਾ ਵੀ ਕੁਛ ਹੁੰਦਾ? ਹਾਂਜੀ ਬਿਲਕੁਲ, ਜਿਹਨੂੰ ਕਿ ਮੈਡੀਕਲ ਲੈਂਗੁਏਜ ਐਂਡੋਮੈਟ੍ਰੀਓਸਿਸ ਬੋਲਦੇ ਆ।
ਉਹਦੇ 'ਚ ਯੂਟਰਸ ਦੀ ਲਾਈਨਿੰਗ ਥਿਕ ਹੋ ਜਾਂਦੀ ਹੈ, ਕਿਉਂਕਿ ਦੇਖੋ ਪੀਰੀਅਡਸ ਨਹੀਂ ਆ ਰਹੇ, ਉਹ ਪ੍ਰੋਪਰ ਕਲੀਨਿੰਗ ਨਹੀਂ ਹੋ ਰਹੀ। ਹਾਂਜੀ, ਉਹ ਜਿਹੜੀ ਸ਼ੈਡਿੰਗ ਹੈ, ਜਿਹੜੀ ਵੀ ਆਪਣੀ ਐਗਸ ਹੈ ਜਾਂ ਅਨਵਾਂਟਡ ਚੀਜ਼ਾਂ, ਉਹ ਬਲੱਡ ਦੇ ਥਰੂ ਬਾਹਰ ਆਉਣੀ ਹੈ। ਉਹ ਕੀ ਹੁੰਦਾ ਕਿ ਉਹ ਅੰਦਰ ਹੀ ਇਕੱਠਾ ਹੋਣ ਲੱਗ ਜਾਂਦਾ ਸਾਰਾ ਸਮਾਨ। ਆਫ ਕੋਰਸ ਉਹ ਤਾਂ ਹੈ ਹੀ ਹੈ। ਦੇਖੋ ਜਿਹੜੀ ਚੀਜ਼ ਬਾਹਰ ਜਾਣੀ ਚਾਹੀਦੀ ਹੈ, ਤੁਸੀਂ ਇਮੈਜਿਨ ਕਰੋ ਅਗਰ ਇੱਕ ਪਰਸਨ ਨੇ ਹੈ ਨਾ, ਆਪਾਂ ਖਾਣਾ ਖਾਇਆ ਪਰ ਆਪਾਂ ਅਗਲੇ ਦਿਨ ਉਹਨੂੰ ਨਹੀਂ ਕੱਢ ਪਾਏ, ਉਹ 2 ਦਿਨ ਨਹੀਂ ਹੋਇਆ, 3 ਦਿਨ ਨਹੀਂ ਹੋਇਆ, ਹੈ ਨਾ, ਹਾਂ, ਤਾਂ ਉਹ ਬਾਡੀ ਕਿਵੇਂ ਫੀਲ ਕਰਦੀ ਹੈ ਨਾ। ਤੁਸੀਂ ਇੱਕ ਦਿਨ ਟੋਇਲਟ ਨਾ ਜਾਓ, ਉਹੀ ਪ੍ਰੋਬਲਮ ਲੱਗਣ ਲੱਗ ਜਾਂਦੀ ਹੈ। ਤਾਂ ਉਹ ਤੁਸੀਂ ਹਰ ਇੱਕ ਮਹੀਨੇ ਦਾ ਦੇਖੋ ਇਹੀ ਸਾਈਕਲ ਹੈ ਬਾਡੀ ਦਾ ਕਿ ਉਹਨੂੰ ਕਲੀਨ ਕਰਨਾ ਹੈ। ਅਨਫਰਟੀਲਾਈਜ਼ਡ ਐਗਸ ਹੈ ਜਾਂ ਕੋਈ ਹੋਰ ਚੀਜ਼ ਹੈ, ਉਹਨੂੰ ਆਪਾਂ ਫਿਲਟਰ ਕਰਨਾ ਹੈ। ਪਰ ਜੇ ਉਹ ਨਹੀਂ ਹੋ ਰਹੀ, ਤੁਹਾਡਾ ਫਿਲਟਰ ਹੀ ਖਰਾਬ ਹੋ ਗਿਆ, ਹੈ ਨਾ, ਤਾਂ ਉਹ ਪ੍ਰੋਬਲਮ ਫਿਰ ਲੌਂਗ ਟਰਮ 'ਤੇ ਬਹੁਤ ਵੱਡੀ ਬਣ ਜਾਂਦੀ ਹੈ। ਤੇ ਹੁਣ ਇਹ ਦੱਸੋ ਕਿ ਇਹ ਜਦੋਂ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਆਉਂਦੀਆਂ ਨੇ ਬਾਡੀ ਦੇ ਅੰਦਰ, ਮੈਂਟਲ ਲੈਵਲ ਦੇ ਉੱਤੇ ਕਿੰਨਾ ਕੁ ਅਸਰ ਪਾਉਂਦੀਆਂ ਨੇ? ਕਿਉਂਕਿ ਇਹ ਤਾਂ ਹੋ ਗਿਆ ਆਪਣੇ ਫਿਜ਼ੀਕਲ ਲੈਵਲ ਦੇ ਉੱਤੇ। ਫਿਜ਼ੀਕਲ ਲੈਵਲ ਦੇ ਉੱਤੇ ਆਪਾਂ ਦੱਸਦੀਆਂ ਵੀ ਆਹ ਚੀਜ਼ਾਂ ਪੈਂਦੀਆਂ ਨੇ। ਹੁਣ ਆਈਏ ਮੈਂਟਲ ਹੈਲਥ ਦੇ ਉੱਤੇ, ਕਿ ਮੈਂਟਲ ਹੈਲਥ ਦੇ ਉੱਤੇ ਵੀ ਇਸ ਚੀਜ਼ਾਂ ਦਾ ਅਸਰ ਪੈਂਦਾ ਹੈ? ਦੇਖੋ ਬਿਲਕੁਲ ਪੈਂਦਾ ਹੈ। ਇੱਕ ਤਾਂ ਦੇਖੋ ਸਾਈਕੋਲੋਜੀਕਲੀ ਇੱਕ ਸਾਈਕਲ ਹੈ 28 ਡੇਜ਼ ਦਾ, ਹੈ ਨਾ। ਇੱਕ ਵੂਮਨ ਨੂੰ ਪਤਾ ਹੈ ਉਹਦਾ ਸਾਈਕਲ ਹੈ, ਉਹ ਰੈਡੀ ਹੈ ਉਸ ਟਾਈਮ ਵਾਸਤੇ। ਜਿਹਨੂੰ ਤੁਹਾਡਾ ਪਤਾ ਹੀ ਨਹੀਂ, ਇਟਸ ਸੋ ਅਨਪ੍ਰੈਡਿਕਟੇਬਲ। ਉਹ ਇੰਨਾ ਅਨਪ੍ਰੈਡਿਕਟੇਬਲ ਹੈ। ਇੱਕ ਹਮੇਸ਼ਾ ਮੈਂਟਲ ਸਟ੍ਰੈਸ ਰਹਿੰਦਾ ਹੈ ਕਿ ਅੱਜ ਕੱਲ੍ਹ ਸਾਰੀਆਂ ਵੂਮਨ ਵਰਕਿੰਗ ਹੈ, ਲੜਕੀਆਂ ਵਰਕਿੰਗ ਹੈ, ਅਤੇ ਅਗਰ ਕੋਈ ਫਿਕਸ ਟਾਈਮ ਨਹੀਂ ਹੈਗਾ ਤਾਂ ਉਹਨਾਂ ਨੂੰ ਇੱਕ ਪ੍ਰੈਸ਼ਰ ਹੈ, ਇੱਕ ਕੌਨਸਟੈਂਟ ਪ੍ਰੈਸ਼ਰ ਹੈ। ਇੱਕ ਤਾਂ ਦੇਖੋ ਇਹੀ ਹੋ ਗਿਆ ਇਹਦਾ ਫੈਕਟਰ ਜਿਹੜਾ ਕਿ ਸਟ੍ਰੈਸ ਕਾਜ਼ ਕਰਦਾ ਹੈ, ਕਿ ਜਿਹੜੇ ਕਿ ਮੈਨੂੰ ਦੱਸਦੇ ਹੈ ਜਿਹੜੀਆਂ ਯੰਗ ਗਰਲਸ ਕਿ ਸਾਨੂੰ ਇਹ ਪ੍ਰੋਬਲਮ ਆਉਂਦੀ ਹੈ, ਸਾਨੂੰ ਸਮਝ ਨਹੀਂ ਆਉਂਦਾ ਸੀ ਕੀ ਕਰੀਏ, ਹੈ ਨਾ। ਦੂਜੀ ਚੀਜ਼ ਆਫ ਕੋਰਸ ਜਦੋਂ ਹਾਰਮੋਨਸ ਆਪਣੇ ਇੰਬੈਲੈਂਸ 'ਚ ਹੈ, ਉਹ ਆਪਣੇ ਮਾਈਂਡ ਨੂੰ ਇਫੈਕਟ ਕਰਦੇ ਹੀ ਕਰਦੇ ਹੈ। ਕਿਉਂਕਿ ਦੇਖੋ ਜਿਹੜੇ ਵੀ ਹਾਰਮੋਨਸ ਹੈ ਉਹ ਸਿੱਧਾ ਬਲੱਡ 'ਚੋਂ, ਇਹਦੇ ਕੋਈ ਸਪੈਸ਼ਲ ਉਹ ਚੈਨਲਸ ਨਹੀਂ ਹੁੰਦੇ, ਇਹਨਾਂ ਨੇ ਬਲੱਡ ਦੇ ਥਰੂ ਹੀ ਜਾਣਾ ਹੈ। ਉਹੀ ਬਲੱਡ ਸਾਰੇ ਕਿਤੇ ਸਰਕੂਲੇਟ ਹੁੰਦਾ ਹੈ, ਤਾਂ ਉਹ ਆਪਣੇ ਨਰਵਸ ਸਿਸਟਮ ਨੂੰ ਵੀ ਇਫੈਕਟ ਕਰਦੇ ਹੈ। ਜਿਹਦੇ ਕਰਕੇ ਜਿਵੇਂ ਲੋਕਾਂ ਨੂੰ ਦੇਖੋ ਥਾਇਰਾਇਡ ਉਹਦਾ ਵਨ ਆਫ ਦਾ ਸਿੰਪਟਮਸ ਹੈ ਕਿ ਡਿਪਰੈਸ਼ਨ ਹੋ ਜਾਂਦਾ ਹੈ, ਠੀਕ ਹੈ। ਤਾਂ ਉਹ ਪ੍ਰੋਬਲਮ ਆਉਂਦੀ ਹੋਈ ਹੈ। ਇੱਕ ਤਾਂ ਦੇਖੋ ਇਹ ਫੈਕਟਰ ਹੋਣਾ ਕਿ ਤੁਹਾਡੀ ਕੋਈ ਪ੍ਰੈਡਿਕਟੇਬਿਲਿਟੀ ਨਹੀਂ ਹੈ, ਉਹ ਬਹੁਤ ਵੱਡਾ ਕੰਟਰੀਬਿਊਟਿੰਗ ਫੈਕਟਰ, ਇਹ ਮੇਨ ਕੰਟਰੀਬਿਊਟਿੰਗ ਫੈਕਟਰ ਹੈ। ਅੱਛਾ, ਡਿਪਰੈਸ਼ਨ ਹੋ ਗਿਆ। ਡਿਪਰੈਸ਼ਨ ਤੋਂ ਅਗਲੀ ਸਟੇਜ 'ਤੇ ਚਲੀ ਜਾਂਦੀ ਹੈ ਮਾਈਗ੍ਰੇਨ, ਫਿਰ ਡੋਮੈਂਸ਼ੀਆ, ਦੈਨ ਬਹੁਤ ਸਾਰੀਆਂ ਪ੍ਰੋਬਲਮ ਇਹਦੇ 'ਚ ਹੋਰ ਆ ਜਾਂਦੀਆਂ। ਇੱਥੋਂ ਤੱਕ ਕਿ ਅੱਖਾਂ ਦੇ ਉੱਤੇ ਵੀ ਅਸਰ ਪੈਂਦਾ, ਆਈ ਸਾਈਡ ਵੀ ਵੀਕ ਹੋ ਜਾਂਦੀ। ਦੇਖੋ ਇਹ ਡਿਪੈਂਡ ਕਰਦਾ ਕਿ ਕਿਹੜੀ ਚੀਜ਼ ਕਿੱਥੋਂ ਤੱਕ ਇਫੈਕਟ ਕਰ ਰਹੀ ਹੈ ਨਾ। ਜਿਵੇਂ ਮੈਂ ਕਿਹਾ ਓਵਰੀ, ਇਸ ਤੋਂ ਜਦੋਂ ਚੀਜ਼ਾਂ ਸ਼ੁਰੂ ਹੁੰਦੀਆਂ ਇੰਬੈਲੈਂਸ ਹੁੰਦੀਆਂ, ਥਾਇਰਾਇਡ ਜਦੋਂ ਤੁਹਾਡਾ ਇਫੈਕਟ ਹੋ ਗਿਆ, ਸੋ ਮੈਂ ਤੁਹਾਨੂੰ ਕਿਹਾ ਸੀ ਉਸ ਤੋਂ ਬਾਅਦ ਤਾਂ ਚੇਨ ਰਿਐਕਸ਼ਨ ਸ਼ੁਰੂ ਹੋ ਜਾਂਦਾ ਹੈ। ਹੇਅਰ ਲਾਸ ਹੋ ਸਕਦਾ, ਜਿਵੇਂ ਤੁਸੀਂ ਕਿਹਾ ਆਈ ਸਾਈਟ ਲੂਜ਼ ਹੋ ਸਕਦੀ ਹੈ, ਨਰਵਸ ਦੀ ਪ੍ਰੋਬਲਮ ਆ ਜਾਂਦੀ ਹੈ, ਨਰਵਸ ਵੀਕ ਹੋ ਜਾਂਦੀਆਂ। ਤੇ ਫਿਰ ਨਰਵ ਜਦੋਂ ਵੀਕ ਹੋਣਗੀਆਂ ਉਹ ਕਿਸੇ ਵੀ ਬਾਡੀ ਪਾਰਟ 'ਤੇ ਇਫੈਕਟ ਕਰ ਸਕਦੇ ਆ। ਉਹ ਨਰਵਸ ਦੇ ਥਰੂ ਹੀ ਜਿਹੜਾ ਬਾਡੀ ਨੇ ਮੈਸੇਜ ਭੇਜਣਾ ਸਾਰੇ ਪਾਸੇ, ਪੂਰੀ ਬਾਡੀ ਦੇ ਵਿੱਚ। ਅਤੇ ਜਿਹੜਾ ਆਪਾਂ ਬਾਡੀ ਦੇ ਅੰਦਰ ਹਰ ਰੋਜ਼ ਸੈੱਲ ਮਰਦੇ ਨੇ ਅਤੇ ਹਰ ਰੋਜ਼ ਸੈੱਲ ਪੈਦਾ ਹੁੰਦੇ ਨੇ। ਜਿਹੜੇ ਸੈੱਲ ਨੇ ਮਰਨਾ ਹੁੰਦਾ, ਬਾਡੀ ਨੇ ਉਹਨੂੰ ਮੈਸੇਜ ਭੇਜਿਆ, ਸੈਂਟਰਲ ਨਰਵਸ ਸਿਸਟਮ ਨੇ, ਉਹਨੂੰ ਸੁਣਿਆ ਹੀ ਨਹੀਂ, ਉਹ ਅੱਗੇ ਚੱਲ ਕੇ ਫਿਰ ਕੈਂਸਰ ਦਾ ਰੂਪ ਧਾਰ ਕਰਦਾ। ਬਿਲਕੁਲ, ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ, ਦੇਖੋ ਜਦੋਂ ਐਸਟ੍ਰੋਜਨ ਹੈ ਨਾ, ਜਦੋਂ ਉਹ ਨਹੀਂ ਹੋ ਰਿਹਾ ਆਪਣਾ ਇਨਫ ਕਲੀਨਿੰਗ ਨਹੀਂ ਹੋ ਰਹੀ ਉਹਦੀ, ਹੈ ਨਾ, ਡੋਮੀਨੈਂਸ ਹੈ ਉਹਦੀ, ਤਾਂ ਉਹ ਕੈਂਸਰ 'ਚ ਇਵੈਂਚੁਅਲੀ ਹੋ ਹੀ ਜਾਂਦਾ ਹੈ। ਰੀਜ਼ਨ ਹੀ ਬ੍ਰੈਸਟ ਕੈਂਸਰ ਦਾ ਦੇਖੋ ਇਹੀ ਹੈ, ਉਹ ਸਟਾਰਟ ਹੀ ਉੱਥੋਂ ਹੁੰਦਾ। ਇਸੇ ਲਈ ਦੇਖੋ ਜਦੋਂ ਪ੍ਰੀਵੈਂਟਿਵ ਮੈਜਰਸ ਲਈ ਕੀ ਕਰਦੇ ਆ ਕਈ ਡਾਕਟਰਸ ਕਿ ਓਵਰੀਜ਼ ਹੀ ਕੱਢ ਦਿੰਦੇ ਆ। ਕਿ ਜਿਵੇਂ ਇੱਕ ਫੈਮਿਲੀ ਦੀ ਹਿਸਟਰੀ ਹੈ ਕਿ ਬ੍ਰੈਸਟ ਕੈਂਸਰ ਹੈਗਾ ਹੈ, ਉਹ ਕਹਿੰਦੇ ਕਿ ਚਾਂਸ ਲੱਗਦਾ ਕਿਸੇ ਦੇ ਮਾੜੀ ਜਿਹੀ ਗਿਲਟੀ ਹੋਈ ਕਿ ਇਹਦੀਆਂ ਓਵਰੀਜ਼ ਕੱਢ ਦਿਓ। ਪਰ ਦੇਖੋ ਪ੍ਰੋਬਲਮ ਜਿੱਥੇ ਹੈ ਉਹਨੂੰ ਫਿਕਸ ਕਰਨਾ ਚਾਹੀਦਾ ਹੈ ਨਾ, ਇਹ ਫੋਕਸ 'ਤੇ ਹੋਣਾ ਚਾਹੀਦਾ। ਹੁਣ ਦੇਖੋ ਜਿਹੜੀ ਬ੍ਰੈਸਟ ਦੀ ਸਿਸਟ ਹੈ ਇਹ ਬਹੁਤ ਕਾਮਨ ਚੀਜ਼ ਹੋਣ ਲੱਗ ਗਈ। ਹੁਣ ਕੋਈ ਹਜੇ ਬੱਚਾ ਅਨਮੈਰਿਡ ਹੈ, ਹਜੇ ਬੱਚੇ ਨਹੀਂ ਹੈਗੇ, ਤੁਸੀਂ ਪਹਿਲਾਂ ਹੀ ਗੱਲ ਕਰਨ ਲੱਗ ਜਾਓ ਉਹਨਾਂ ਦੇ ਯੂਟਰਸ ਕੱਢਣ ਦੀ ਜਾਂ ਓਵਰੀਜ਼ ਕੱਢਣ ਦੀ, ਤਾਂ ਉਹ ਇਮੈਜਿਨ ਕਰੋ ਕਿ ਕੱਲ੍ਹ ਉਸ ਬੱਚੇ ਨਾਲ ਕੌਣ ਵਿਆਹ ਕਰਾਊਗਾ? ਕੋਈ ਨਹੀਂ ਕਰਾਊਗਾ, ਹੈ ਨਾ। ਤਾਂ ਜਿੱਥੇ ਆਪਾਂ ਡਿਪਰੈਸ਼ਨ ਦੀ ਗੱਲ ਛੱਡੋ, ਉੱਥੇ ਤਾਂ ਤੁਸੀਂ ਇੱਕ ਤਰ੍ਹਾਂ ਨਾਲ ਕਹਿਤਾ ਕਿ ਓਕੇ ਜੀ ਹੁਣ ਤੁਹਾਡੀ ਲਾਈਫ ਖਤਮ ਹੈ। ਚਲੋ ਆਪਾਂ ਬਹੁਤ ਡਰਾਤਾ ਲੋਕਾਂ ਨੂੰ। ਅਤੇ ਹੁਣ ਆਪਾਂ ਆਈਏ ਕਿ ਇਲਾਜ ਕੀ ਹੈ। ਮਤਲਬ ਕਾਫੀ ਡਰ ਗਏ ਹੋਣੇ ਲੋਕ। ਮਤਲਬ ਹੁਣ ਆਪਾਂ ਇਲਾਜ ਵੱਲ ਆਈਏ ਵੀ ਇਹਦਾ ਇਲਾਜ ਜਿਹੜਾ ਉਹ ਜਿਹੜਾ ਮਾਡਰਨ ਮੈਡੀਕਲ ਸਾਇੰਸ ਦੇ ਵਿੱਚ ਤਾਂ ਹੈਗਾ ਵੀ ਪਿਲਸ ਹੈਗੀਆਂ ਨੇ, ਹੋਰ ਬਹੁਤ ਤਰੀਕੇ ਹੈਗੇ ਨੇ, ਪਰ ਆਪਾਂ ਉੱਧਰ ਨਹੀਂ ਜਾਂਦੇ, ਉਸ ਚੀਜ਼ ਨੂੰ ਟੱਚ ਨਹੀਂ ਕਰਦੇ। ਕੀ ਆਪਾਂ ਘਰ ਬੈਠੇ ਕੁਝ ਇਸ ਤਰ੍ਹਾਂ ਦਾ ਕਰ ਸਕਦੇ ਹਾਂ ਜਿਹਦੇ ਨਾਲ ਜਿਹੜਾ ਆਪਾਂ ਨੂੰ ਜਿਹੜੀ ਇਸ ਵੱਡੀ ਪ੍ਰੋਬਲਮ ਤੋਂ ਜਿਹੜੇ ਨਿਜਾਤ ਮਿਲ ਸਕੇ? ਬਿਲਕੁਲ, ਦੇਖੋ ਆਪਣਾ ਜੋ ਪਰਪਜ਼ ਹੈ ਲੋਕਾਂ ਨੂੰ ਡਰਾਉਣਾ ਨਹੀਂ ਹੈ, ਉਹਨਾਂ ਨੂੰ ਅਵੇਅਰ ਕਰਨਾ ਹੈ, ਠੀਕ ਹੈ। ਇਹ ਜਿਹੜੀ ਮੈਂ ਗੱਲ ਕਹੀ ਹੈ ਉਹ ਕਹੀ ਹੈ ਕਿ ਜਿਹੜੇ ਮੈਡੀਕਲ ਉਹਦੇ ਵਿੱਚ ਕੀਤਾ ਜਾਂਦਾ ਜਾਂ ਜਿੱਥੇ ਪ੍ਰੋਬਲਮ ਨਹੀਂ ਕਿਸੇ ਨੂੰ ਸਮਝ ਆਈ ਉਹਨਾਂ ਨੇ ਕਹਿ ਤਾ
ਬਾਕੀ ਇਹਦਾ ਇਲਾਜ ਹੈ ਉਹ ਬਹੁਤ ਈਜ਼ੀ ਹੈ, ਠੀਕ ਹੈ, ਇਹ ਬਹੁਤ ਚੰਗੀ ਤਰ੍ਹਾਂ ਹੈਂਡਲ ਹੋ ਸਕਦਾ ਹੈ। ਜਿਵੇਂ ਦੇਖੋ ਥੋੜ੍ਹਾ ਜਿਹਾ ਮੈਂ ਇਹ ਦੱਸ ਸਕਦੀ ਹਾਂ ਕਿ ਜਿਵੇਂ ਆਪਣੀ ਕਿਚਨ 'ਚ ਹੈ, ਆਪਣੇ ਕਿਚਨ 'ਚ ਗੋਭੀ ਹੁੰਦੀ ਹੈ, ਪੱਤਾ ਗੋਭੀ ਹੁੰਦੀ ਹੈ, ਬਰੋਕਲੀ ਹੁੰਦੀ ਹੈ, ਇਹ ਸਬਜ਼ੀਆਂ ਬਹੁਤ ਵਧੀਆ, ਇਹ ਬਹੁਤ ਜ਼ਿਆਦਾ ਵਧੀਆ ਫੀਮੇਲ ਬਾਡੀ ਦੇ ਲਈ, ਠੀਕ ਹੈ। ਤੇ ਮਤਲਬ ਜੂਸ ਪੀਣਾ ਇਹਦਾ, ਉਹਨੂੰ ਉਹਦੇ ਸਲਾਦ ਵਾਂਗੂ ਖਾਣਾ, ਸਬਜ਼ੀ ਬਣਾ ਕੇ ਖਾਣੀ, ਕੀ ਕਰਨਾ ਇਹਦਾ? ਜਦੋਂ ਆਪਾਂ ਸਬਜ਼ੀ ਨੂੰ ਕੁੱਕ ਕਰ ਲੈਂਦੇ ਹਾਂ ਉਹਦਾ ਅੱਧਾ ਨਿਊਟ੍ਰੀਸ਼ਨ ਆਪਾਂ ਖ਼ਤਮ ਕਰ ਲੈਂਦੇ ਹਾਂ, ਕਾਫੀ ਜ਼ਿਆਦਾ ਖ਼ਤਮ ਕਰ ਲੈਂਦੇ ਹਾਂ। ਤਾਂ ਪ੍ਰੈਫਰੇਬਲੀ ਅਗਰ ਇਹਨਾਂ ਨੂੰ ਕੱਚਾ ਖਾਇਆ ਜਾਏ, ਜਿਵੇਂ ਬੰਦ ਗੋਭੀ ਹੈ, ਮੈਂ ਹਾਰਡਲੀ ਕਿਸੇ ਨੂੰ ਦੇਖਿਆ ਕਿ ਉਹ ਕੱਚੇ ਖਾਂਦੇ ਹੋਣ, ਪਰ ਉਹ ਕੱਚੀ ਖਾਣੀ ਚਾਹੀਦੀ ਹੈ, ਠੀਕ ਹੈ। ਆਪਣੇ ਥੋੜ੍ਹਾ ਜਿਹਾ ਇੱਕ ਲੋਕਾਂ ਨੂੰ ਡਰਾਇਆ ਵੀ ਹੋਇਆ ਇਹਦੇ 'ਚ ਕੋਈ ਕੀੜਾ ਹੁੰਦਾ ਹੈ, ਦਿਮਾਗ ਚਲਾ ਜਾਂਦਾ, ਪਰ ਐਸਾ ਕੋਈ ਕੀੜਾ ਨਹੀਂ ਹੁੰਦਾ। ਤਾਂ ਉਹ ਤੁਸੀਂ ਖਾਓ, ਕੱਚੀ ਖਾਓ ਸਲਾਦ ਵਿੱਚ। ਦੂਜੀ ਗੋਭੀ ਹੈ ਜਿਹੜੀ ਸਿੰਪਲ, ਉਹਨੂੰ ਸਲਾਦ 'ਚ ਖਾ ਸਕਦੇ ਹੋ। ਬਰੋਕਲੀ ਨੂੰ ਜੇ ਤੁਹਾਨੂੰ ਨਹੀਂ ਲੱਗਦਾ ਥੋੜ੍ਹਾ ਜਿਹਾ ਸਟੀਮ ਕਰਕੇ ਖਾ ਲਓ, ਹਲਕਾ ਜਿਹਾ। ਕਈ ਲੋਕਾਂ ਨੂੰ ਇੱਕਦਮ ਕੱਚਾ ਖਾਣਾ ਠੀਕ ਨਹੀਂ ਲੱਗਦਾ, ਇਹ ਬਹੁਤ ਜ਼ਿਆਦਾ ਵਧੀਆ। ਅਤੇ ਆਪਣੇ 'ਚ ਆਇਓਡੀਨ ਦੀ ਕਮੀ ਨਾ ਹੋਣ ਦਿਓ। ਉਹ ਫਿਰ ਚਿੱਟਾ ਨਮਕ ਤਾਂ ਖਾਣ ਦਿੰਦੇ ਨਹੀਂ, ਅਸੀਂ ਸਾਰਿਆਂ ਨੂੰ ਮਨਾ ਕਰਦੇ ਵੀ ਚਿੱਟਾ ਨਮਕ ਨਾ ਖਾਓ। ਆਇਓਡੀਨ ਵਾਸਤੇ ਹੋਰ ਬਹੁਤ ਸਾਰੇ ਸੋਰਸ। ਆਇਓਡੀਨ ਲਈ ਦੇਖੋ ਜਿਹੜਾ ਆਪਣਾ ਪਿੰਕ ਸਾਲਟ ਆਪਾਂ ਕਹਿੰਦੇ ਹਿਮਾਲਯਨ ਸਾਲਟ, ਉਹਦੇ 'ਚ ਆਇਓਡੀਨ ਤਾਂ ਹੈ ਹੀ ਆ, ਹੋਰ ਵੀ ਬਹੁਤ ਸਾਰੇ ਮਿਨਰਲਸ ਹੈ ਜੇ। ਹਾਂਜੀ, ਵੈਸੇ ਅਗਰ ਤੁਸੀਂ ਐਗਸ ਖਾਂਦੇ ਹੋ ਉਹਦੇ 'ਚ ਵੀ ਹੈਗਾ। ਅਗਰ ਕੋਈ ਬੰਦਾ ਐਗਸ ਖਾਂਦਾ, ਖਾਏ, ਚੰਗੇ ਦੇਸੀ ਵਧੀਆ ਵਾਲੇ ਐਗਸ ਖਾਓ, ਉਹ ਵੀ ਹਾਰਮੋਨਸ ਵਾਲੇ ਨਹੀਂ ਖਾਣੇ, ਕਿਉਂਕਿ ਆਪਾਂ ਹਾਰਮੋਨਸ ਤਾਂ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅੱਜ ਕੱਲ੍ਹ। ਤਾਂ ਅਮਨਦੀਪ ਜੀ, ਮੈਂ ਇੱਕ ਵੀਡੀਓ ਦੇਖ ਰਿਹਾ ਸੀਗਾ, ਪਾਕਿਸਤਾਨ ਦੀ ਵੀਡੀਓ ਸੀਗੀ, ਆਂਡਿਆਂ ਦੀ ਵੇਲ ਲੱਗੀ ਹੋਈ ਸੀ। ਆਂਡੇ ਉਹਨਾਂ ਨੇ ਵੇਲ ਦੇ ਨਾਲ ਆਂਡੇ ਲੱਗੇ ਹੋਏ ਤੋੜ ਕੇ ਦਿਖਾਏ, ਅਤੇ ਉਹਦੇ 'ਚ ਵੀਡੀਓ ਬਣੀ ਸੀ, ਮਤਲਬ ਵੇਲ 'ਤੇ ਆਂਡੇ ਲੱਗ ਰਹੇ ਸੀਗੇ। ਬੜਾ ਮੈਂ ਹੈਰਾਨ ਹੋਇਆ, ਮਤਲਬ ਦੁਨੀਆ ਕਿੱਥੇ ਨੂੰ ਤੁਰ ਪਈ ਹੈਗੀ ਹੈ। ਜਿਹੜਾ ਜੂਸ ਤੁਸੀਂ ਕਹਿ ਰਹੇ ਹੋ ਹੈਗੇ ਹੋ ਵੀ ਜਿਹੜਾ ਮਤਲਬ ਇਹਨੂੰ ਆਪਾਂ ਗੋਭੀ, ਪੱਤਾ ਗੋਭੀ ਜਾਂ ਦੂਸਰੀ ਗੋਭੀ ਆਪਾਂ ਇਸਨੂੰ ਲੈ ਸਕਦੇ ਹਾਂ। ਬਰੋਕਲੀ ਦੀ ਵੀ ਤੁਸੀਂ ਗੱਲ ਕੀਤੀ ਹੈ, ਬਰੋਕਲੀ ਵੀ ਲੈ ਸਕਦੇ ਹੋ। ਕੀ ਇਸ ਤੋਂ ਇਲਾਵਾ ਕੁਛ ਹੋਰ ਐਸੀਆਂ ਜਿਹੜੀਆਂ ਮਤਲਬ, ਚਲੋ ਆਪਾਂ ਦੱਸਣਾ ਤਾਂ ਪਏਗਾ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਹੈਗੀਆਂ ਨੇ, ਭਾਵੇਂ ਮਿਲਦੀਆਂ ਨੇ ਜਿੱਥੇ ਜਿਹੜੀ ਸਾਈਡ 'ਤੇ ਮਿਲਦੀਆਂ ਹੋਣਗੇ ਉੱਥੋਂ ਲੈ ਵੀ ਸਕਦੇ ਹਾਂ। ਹਾਂਜੀ, ਦੇਖੋ ਹੋਰ ਬਰਸਲ ਸਪਰਾਊਟਸ ਹੈਗੇ ਆ, ਉਹ ਬਹੁਤ ਵਧੀਆ। ਓਲਿਵ, ਸੌਖਾ ਕਰਕੇ ਦੱਸੋਗੇ, ਬੜਾ ਭਾਰੀ ਭਰਕਮ ਨਾਮ। ਇਹਦਾ ਮੈਨੂੰ ਪੰਜਾਬੀ ਨਾਮ ਪਤਾ ਨਹੀਂ ਹੈ। ਇਹ ਜਿਵੇਂ ਬੰਦ ਗੋਭੀ ਹੁੰਦੀ ਹੈ ਨਾ, ਉਵੇਂ ਬਸ ਛੋਟਾ ਜਿਹਾ ਇੰਨਾ ਸਾਈਜ਼ ਹੁੰਦਾ ਇਹਦਾ, ਉਹਨੂੰ ਬਰਸਲ ਸਪਰਾਊਟਸ ਬੋਲਦੇ। ਗੋਭੀ ਵਾਂਗੂ ਹੀ ਛੋਟੇ ਛੋਟੇ ਪੱਤੇ ਹੁੰਦੇ ਆ, ਠੀਕ ਹੈ। ਇੰਡੀਆ 'ਚ ਤਾਂ ਆਪਣੇ ਮਿਲਦੀ ਨਹੀਂ, ਪਰ ਬਾਹਰ ਮਿਲਦੀ ਹੈ। ਓਲਿਵ ਆਇਲ ਬਹੁਤ ਵਧੀਆ। ਹਾਂਜੀ, ਦੇਖੋ ਹਰ ਇੱਕ ਦੀ ਕਿਚਨ 'ਚ ਹੁੰਦਾ ਹੀ ਅੱਜ ਕੱਲ੍ਹ, ਲੋਕ ਇੰਨੇ। ਉਹਦੇ ਨਾਰੀਅਲ ਦਾ ਤੇਲ ਵੀ ਚੱਲੇਗਾ? ਨਾਰੀਅਲ ਦਾ ਤੇਲ ਤਾਂ ਦੇਖੋ ਉਹਦੇ ਤੋਂ ਬਹੁਤ ਫਾਇਦੇ ਹੈ, ਪਰ ਜਿਵੇਂ ਆਪਾਂ ਸਪੈਸ਼ਲੀ ਇਹਦੀ ਗੱਲ ਕਰ ਰਹੇ ਹਾਂ, ਇਹ ਹਾਂ ਐਕਸਟਰਾ ਵਰਜਨ ਕੋਕੋਨਟ ਆਇਲ, ਉਹ ਤਾਂ ਹੈ ਹੀ ਹੈ, ਹਰ ਇੱਕ ਚੀਜ਼ ਲਈ ਵਧੀਆ ਹੈਗਾ ਹੀ ਹੈ। ਪਰ ਜਦੋਂ ਆਪਾਂ ਸਪੈਸ਼ਲੀ ਫੀਮੇਲ ਹਾਰਮੋਨ ਦੀ ਗੱਲ ਕਰਦੇ ਹਾਂ, ਉਹਦੇ ਲਈ ਓਲਿਵ ਆਇਲ ਬਹੁਤ ਵਧੀਆ। ਓਲਿਵ ਆਇਲ ਨੂੰ ਕੱਚਾ ਲੈਣਾ ਤੇ ਉਹਦੇ 'ਚ ਪਾ ਕੇ ਕਿਸੇ ਜੂਸ 'ਚ ਪਾ ਕੇ ਪੀ ਲੈਣਾ, ਸਲਾਦ 'ਤੇ ਪਾ ਕੇ ਪੀ ਲੈਣਾ, ਸਬਜ਼ੀ 'ਚ ਪਾਉਣਾ, ਕੀ ਕਰਨਾ? ਜਦੋਂ ਆਪਾਂ ਕੁੱਕ ਕਰ ਦਿੰਦੇ ਹਾਂ, ਜਿਵੇਂ ਆਪਾਂ ਗੱਲ ਕੀ, ਆਪਾਂ ਅੱਧਾ ਤਾਂ ਸਮਾਨ ਖਤਮ ਕਰ ਲੈਂਦੇ ਹਾਂ। ਓਲਿਵ ਆਇਲ ਵੈਸੇ ਵੀ ਇਹਨੂੰ ਐਜ਼ ਏ ਸੈਲਡ ਡਰੈਸਿੰਗ ਯੂਜ਼ ਕਰਦੇ ਹਾਂ ਕਿ ਸਲਾਦ 'ਤੇ ਪਾਉਣ ਲਈ। ਤੁਸੀਂ ਸਲਾਦ 'ਤੇ ਨਹੀਂ, ਵੈਸੇ ਹੀ ਚਮਚੇ ਨਾਲ ਖਾਣਾ, ਉਹ ਵੀ ਜਿਵੇਂ ਤੁਹਾਨੂੰ ਸੂਟ ਕਰਦਾ ਹੈ, ਪਰ ਪਕਾ ਕੇ ਨਹੀਂ। ਕਿੰਨੀ ਕੁ ਦੇਰ ਦੇ ਵਿੱਚ ਜੇ ਆਪਾਂ ਇਹ ਇਸ ਤਰ੍ਹਾਂ ਦੇ ਜਿਹੜੇ ਟੋਟਕੇ, ਜਿਹੜੇ ਆਪਾਂ ਪੰਜਾਬੀ 'ਚ ਕਹਿੰਦੇ ਹਾਂ, ਛੋਟੇ ਛੋਟੇ ਟੋਟਕੇ ਆਪਾਂ ਕਰਦੇ ਹਾਂ, ਕਿੰਨੀ ਦੇਰ ਦੇ ਵਿੱਚ ਉਹ ਇਸ ਨੂੰ ਇਹਦੇ 'ਤੇ ਕਾਬੂ ਪਾ ਸਕਦੇ ਹਾਂ? ਅਤੇ ਜੇ ਨਹੀਂ ਕਾਬੂ ਪਾ ਰਿਹਾ ਤਾਂ ਫਿਰ ਕੀ ਕਰਨਾ ਪਏਗਾ? ਦੇਖੋ, ਜੇ ਡਿਪੈਂਡ ਕਰਦਾ ਕਿ ਡੈਮੇਜ ਕਿੰਨਾ ਆਲਰੇਡੀ ਹੈ ਨਾ, ਕਿਉਂਕਿ ਜਦੋਂ ਇੱਕ ਚੀਜ਼ ਹੈ, ਆਪਾਂ ਕਹਿ ਦਿੰਦੇ ਫਾਈਬਰਾਇਡਸ ਵੀ ਹੋ ਗਏ, ਸਿਸਟ ਵੀ ਹੋ ਗਈਆਂ ਹੈ ਨਾ, ਉਹਨੂੰ ਤਾਂ ਟਾਈਮ ਲੱਗੇਗਾ ਹੀ। ਦੇਖੋ ਆਪਾਂ ਇੰਨੇ ਸਾਲ ਲਾਏ ਆ ਉਹਨੂੰ ਖਰਾਬ ਕਰਨ 'ਤੇ, ਉਹਨੂੰ ਕੁਛ ਟਾਈਮ ਤਾਂ ਦੇਵਾਂਗੇ ਉਹਨੂੰ ਠੀਕ ਹੋਣ ਲਈ। ਪਰ ਅਗਰ ਆਪਾਂ ਪ੍ਰੋਪਰ ਕੋਈ ਨਿਊਟ੍ਰੀਸ਼ਨ ਲੈਂਦੇ ਹਾਂ, ਪ੍ਰੋਪਰ ਗਾਈਡੈਂਸ ਲੈਂਦੇ ਹਾਂ, ਖਾਣਾ ਆਪਾਂ ਪ੍ਰੋਪਰ ਲੈਂਦੇ ਹਾਂ ਜਿਹੜਾ ਕਿ ਲੈਣਾ ਚਾਹੀਦਾ, ਅਤੇ ਜਿਹੜਾ ਫੂਡ ਆਪਾਂ ਨੂੰ ਨਹੀਂ ਲੈਣਾ ਚਾਹੀਦਾ, 3 ਮਹੀਨੇ ਲਾ ਲਓ, 4 ਮਹੀਨੇ ਲਾ ਲਓ, ਹੈ ਨਾ, ਵਿਦਇਨ ਮੰਥਸ। ਆਈ ਵਿਲ ਨੋਟ ਸੇ ਕਿ ਈਅਰਸ ਦਾ ਟਾਈਮ ਲੱਗੇਗਾ, ਮੰਥਸ ਦੇ ਵਿੱਚ ਇਹ ਪ੍ਰੋਬਲਮ ਠੀਕ ਕੀਤੀ ਜਾ ਸਕਦੀ ਹੈ। ਪ੍ਰੋਬਲਮ ਠੀਕ ਕੀਤੀ ਜਾਂਦੀ। ਹੁਣ ਥੋੜ੍ਹਾ ਜਿਹਾ ਪਿੱਛੇ ਚੱਲ ਪਏ ਆਪਾਂ, ਹੋ ਜਾਏਗਾ। ਇੱਕ ਚੀਜ਼ ਦੱਸੋ ਕਿ ਜਿਹੜਾ ਆਪਣਾ PCOD ਦੀ ਪ੍ਰੋਬਲਮ ਆਈ ਹੈ, ਇਹਦੀਆਂ ਕੋਈ ਸਟੇਜਾਂ ਵੀ ਹੁੰਦੀਆਂ ਨੇ ਵੀ ਪਹਿਲੀ ਇਹ ਜੇ ਇੰਨਾ ਕੁ ਖਰਾਬ ਹੋਇਆ ਤਾਂ ਉਹਦੀ ਇੰਨੀ ਕੁ ਸਟੇਜ ਬਣੀ ਜਾਏਗੀ, ਉਸ ਤੋਂ ਇੰਨਾ ਕੁ ਖਰਾਬ ਹੋਇਆ ਤਾਂ ਵੀ ਇਹਦੀ ਇੰਨੀ ਕੁ ਸਟੇਜ ਬਣੀ, ਜੇ ਇੰਨਾ ਕੁ ਖਰਾਬ ਤਾਂ ਹੁਣ ਤਾਂ ਬਈ ਬੜਾ ਕੰਮ ਖਰਾਬ ਹੈ, ਹੁਣ ਤਾਂ ਤੁਹਾਨੂੰ ਟਾਈਮ ਲੱਗੇਗਾ, ਕੋਈ ਇਸ ਤਰ੍ਹਾਂ ਦਾ ਵੀ ਹੈਗਾ? ਦੇਖੋ, ਜਿਵੇਂ ਮੈਂ ਕਿਹਾ, ਹਾਰਮੋਨ ਜਦੋਂ ਇੰਬੈਲੈਂਸ ਹੋਇਆ, ਹੋ ਸਕਦਾ ਇੱਕ ਓਵਰੀ ਤੋਂ ਸਟਾਰਟ ਹੋਇਆ ਹੋਵੇ, ਦੂਜੀ ਓਵਰੀ ਬਿਲਕੁਲ ਹੈਲਥੀ ਹੈ। ਦੇਖੋ, ਸਿੰਮਟਮਸ ਤਾਂ ਉਹੀ ਹੈ, ਮੈਂ ਤੁਹਾਨੂੰ ਕਿਹਾ ਸਭ ਤੋਂ ਪਹਿਲਾਂ ਤਾਂ ਇੰਡੀਕੇਟਰ ਪੀਰੀਅਡਸ ਇਰੈਗੂਲਰ ਹੈ, ਤੁਹਾਡਾ ਸਭ ਤੋਂ ਵੱਡਾ ਸਿੰਮਟਮ ਹੈ। ਉਹ ਰੈਗੂਲਰ ਨਹੀਂ ਹੈ, ਦੈਟ ਮੀਨਸ ਕੋਈ ਨਾ ਕੋਈ ਪ੍ਰੋਬਲਮ ਹੈਗੀ ਹੈ ਨਾ। ਜੇ ਇੰਟਰਨਲੀ ਆਪਾਂ ਦੇਖੀਏ ਕਿ ਹੋ ਸਕਦਾ ਸਿਰਫ ਇੱਕ ਓਵਰੀ ਖਰਾਬ ਹੈ,
ਹੋ ਸਕਦਾ ਹੈ ਦੂਜੀ ਓਵਰੀ ਖਰਾਬ ਹੈ। ਐਕਚੁਅਲੀ ਜੋ ਫੀਮੇਲ ਸਾਈਕਲ ਹੁੰਦਾ 1 ਮਹੀਨਾ ਇੱਕ ਓਵਰੀ ਦਾ ਕੰਮ ਹੁੰਦਾ, ਦੂਜੇ ਮਹੀਨੇ ਦੂਜਾ। ਤਾਂ ਇਹ ਵੀ ਤੁਸੀਂ ਮੋਨੀਟਰ ਕਰ ਸਕਦੇ ਹੋ ਕਿ ਤੁਹਾਨੂੰ ਹਾਂ ਜੇ 1 ਮਹੀਨੇ ਠੀਕ ਆ ਰਿਹਾ 1 ਮਹੀਨੇ ਦੈਟ ਮੀਨਸ ਇੱਕ ਓਵਰੀ ਦਾ ਹੀ ਡੈਮੇਜ ਹੈ, ਠੀਕ ਹੈ। ਉਸ ਤੋਂ ਬਾਅਦ ਜੇ ਤੁਹਾਨੂੰ ਲੱਗਿਆ ਹੁਣ ਜ਼ਿਆਦਾ ਤੋਂ ਖਰਾਬ ਹੋਣ ਲੱਗ ਗਏ, ਇਹਦਾ ਮਤਲਬ ਫਿਰ ਦੂਜੀ ਓਵਰੀ ਵੀ ਡੈਮੇਜ ਹੋ ਰਹੀ ਹੈ। ਹਾਂ ਅੱਛਾ, ਜਦੋਂ ਇਹ ਮਤਲਬ ਇਸ ਤਰ੍ਹਾਂ ਦੀ ਪ੍ਰੋਬਲਮ ਆ ਰਹੀ ਹੁੰਦੀ ਹੈ, ਓਵਰੀਜ਼ ਦੇ ਵਿੱਚ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ, ਅਤੇ ਕਿੰਨੀ ਦੇਰ ਬਾਅਦ ਜਿਹੜੇ ਆ ਉਹ ਦੂਜੇ ਸਿੰਪਟਮ ਸਟਾਰਟ ਹੁੰਦੇ ਨੇ? ਮਤਲਬ ਸਟਾਰਟਿੰਗ ਦੇ ਵਿੱਚ ਤਾਂ ਕਿਉਂਕਿ ਹੁਣ ਗੱਲ ਇਹ ਹੈ ਕਿ ਬਹੁਤ ਸਾਰੀਆਂ ਬੱਚੀਆਂ ਜਿਹੜੀਆਂ ਨੇ ਮਨਾਰਕੀ ਏਜ ਆ ਗਿਆ, ਮਤਲਬ ਜਿਹਨੂੰ ਪੀਰੀਅਡ ਸਟਾਰਟ ਹੋਏ ਨੇ ਬੱਚੀ ਨੂੰ, ਉਹਨੂੰ ਤਾਂ ਇਹ ਪਤਾ ਹੀ ਨਹੀਂ ਵੀ 3 ਦਿਨ ਆਉਣੇ ਨੇ, 5 ਦਿਨ ਆਉਣੇ ਨੇ, 6 ਦਿਨ ਆਉਣੇ ਨੇ, 7 ਦਿਨ ਆਉਣੇ ਨੇ, ਉਹਨੂੰ ਤਾਂ ਆਇਆ ਵੀ ਇੰਨੇ ਕੀ ਆਉਂਦੇ ਹੋਣੇ, ਉਹਨੂੰ ਤਾਂ ਪਤਾ ਹੀ ਨਹੀਂ ਨਾ ਜਿਹਨੂੰ ਸਟਾਰਟਿੰਗ 'ਚ ਹੀ ਇਹ ਪ੍ਰੋਬਲਮ, ਕਿਉਂਕਿ ਬਹੁਤ ਸਾਰੀਆਂ ਬੱਚੀਆਂ ਨੂੰ ਸਟਾਰਟਿੰਗ 'ਚ ਹੀ ਪ੍ਰੋਬਲਮ ਹੁੰਦੀ ਹੈ, ਸਟਾਰਟਿੰਗ 'ਚ ਹੀ ਹੋ ਜਾਂਦੀ ਹੈ, ਠੀਕ ਹੈ। ਅਤੇ ਉਹਨੂੰ ਤਾਂ ਇਹ ਪਤਾ ਹੀ ਨਹੀਂ, ਉਹਨੂੰ ਜੇ 7 ਦਿਨ ਆ ਰਹੇ ਨੇ ਤਾਂ ਉਹਨੂੰ ਲੱਗਣਾ ਵੀ ਇਹ ਤਾਂ ਨੋਰਮਲ ਹੈ ਜੀ, 7 ਦਿਨ ਹੀ ਆਉਂਦੇ ਨੇ। ਹੁਣ ਕਿਵੇਂ ਪਤਾ ਲੱਗੇਗਾ ਉਹਨੂੰ ਵੀ ਇਹ ਚੀਜ਼ਾਂ ਜਿਹੜੀਆਂ ਖਰਾਬ ਹੋ ਰਹੀਆਂ, ਕਿਉਂਕਿ ਉਹਨੂੰ ਇੰਡੀਕੇਟਰ ਬੋਡੀ ਨੇ ਤਾਂ ਇੰਡੀਕੇਸ਼ਨ ਦੇਣੀ ਸ਼ੁਰੂ ਕਰ ਦਿੰਦੇ। ਦੇਖੋ ਇੱਕ ਚੀਜ਼ ਹੈ ਜਿਹੜੀ ਕਿ ਐਜੂਕੇਸ਼ਨ ਹੈ, ਬਹੁਤ ਜ਼ਰੂਰੀ ਹੈ। ਜਿਹੜੇ ਪੇਰੈਂਟਸ ਹੈ ਸਪੈਸ਼ਲੀ ਮਦਰਸ ਹੈ, ਉਹਨਾਂ ਨੂੰ ਐਜੂਕੇਟ ਕਰਨਾ ਚਾਹੀਦਾ, ਪਹਿਲਾਂ ਤੋਂ ਹੀ ਰੈਡੀ ਹੋਣਾ ਚਾਹੀਦਾ, ਉਹਨਾਂ ਨੂੰ ਦੱਸਣਾ ਚਾਹੀਦਾ ਹੈ ਕਿ ਇੱਕ ਸਰਟਨ ਏਜ ਤੋਂ ਬਾਅਦ ਇਹ ਬੋਡੀ 'ਚ ਚੇਂਜਸ ਆਉਂਦੀਆਂ। ਪਰ ਇੰਡੀਅਨ ਸਿਸਟਮ 'ਚ ਮੈਂ ਦੇਖਿਆ ਕਿ ਲੋਕ ਓਪਨਲੀ ਗੱਲ ਨਹੀਂ ਕਰਦੇ ਇਹਦੇ ਬਾਰੇ, ਜਿਹੜਾ ਕਿ ਐਕਚੁਅਲੀ ਡੈਮੇਜਿੰਗ ਹੈ, ਠੀਕ ਹੈ। ਮਦਰਸ ਨੂੰ ਬਹੁਤ ਓਪਨਲੀ ਦੱਸਣਾ ਚਾਹੀਦਾ ਹੈ ਵੈਨ ਦ ਗਰਲ ਇਜ਼ 13 14 ਹੈ ਨਾ, 13 ਤੇ ਅੱਜ ਕੱਲ੍ਹ ਵੈਸੇ ਪਹਿਲਾਂ ਵੀ ਸ਼ੁਰੂ ਹੋ ਜਾਂਦੇ ਉਸ ਕਿ 13 14 ਅੱਜ ਕੱਲ੍ਹ ਤਾਂ 7 ਸਾਲ 8 ਸਾਲ ਦੀਆਂ ਬੱਚੀਆਂ। ਮੈਂ ਤੁਹਾਨੂੰ ਕਹਿਣ ਲੱਗੀ ਸੀ ਅੱਜ ਕੱਲ੍ਹ ਤਾਂ 7 8 ਸਾਲ ਦੇ ਸ਼ੁਰੂ ਹੋਣਗੇ। ਰੀਜ਼ਨ ਇਹੀ ਹੈ ਕਿਉਂਕਿ ਜਿਹੜੀ ਆਰਟੀਫਿਸ਼ੀਅਲ ਚੀਜ਼ਾਂ ਚੱਲ ਰਹੀਆਂ ਉਹ ਹਾਰਮੋਨਸ ਦੀ ਤਰ੍ਹਾਂ ਐਕਟ ਕਰਦੀਆਂ ਅਤੇ ਉਹ ਸਾਰਾ ਸਿਸਟਮ ਉਹ ਪਹਿਲਾਂ ਹੀ ਟ੍ਰਿਗਰ ਕਰ ਦਿੰਦੀਆਂ, ਠੀਕ ਹੈ। ਤੋ ਇਸ ਲਈ ਇਹ ਮਦਰਸ ਦੀ ਜਾਂ ਐਲਡਰ ਸਿਸਟਰਸ ਹੈ ਜੋ ਵੀ ਇਹਦੀ ਕੇਅਰ ਕਰ ਰਿਹਾ, ਉਹਨਾਂ ਨੂੰ ਐਜੂਕੇਟ ਕਰਨਾ ਬਹੁਤ ਜ਼ਰੂਰੀ ਹੈ ਕਿ ਇਹ ਇੱਕ ਨੋਰਮਲ ਚੀਜ਼ ਹੈ, ਠੀਕ ਹੈ। ਨੋਰਮਲੀ ਐਵੇਂ ਹੋਣਾ ਚਾਹੀਦਾ। ਜੇ ਕੋਈ ਪ੍ਰੋਬਲਮ ਆ ਰਹੀ ਹੈ ਨਾ, ਪਹਿਲੇ ਸ਼ਾਇਦ ਤੁਹਾਨੂੰ 1 2 3 ਮਹੀਨੇ ਬੱਚੇ ਨੂੰ ਮੋਨੀਟਰ ਵੀ ਕਰਨਾ ਪਏ, ਕਿਉਂਕਿ ਇਹ ਬਹੁਤ ਨਵੀਂ ਚੀਜ਼ ਹੈ। ਸਾਈਕੋਲੋਜੀਕਲੀ ਵੈਸੇ ਹੀ ਥੋੜ੍ਹਾ ਜਿਹਾ ਬਰਡਨ ਲੱਗਦਾ ਉਹਨਾਂ ਨੂੰ, ਸਪੈਸ਼ਲੀ ਜੇ ਅਰਲੀ ਏਜ ਸ਼ੁਰੂ ਹੋ ਜਾਣ, ਕਿੱਥੇ ਬੱਚੇ ਦੀ ਖੇਡਣ ਦੀ ਉਮਰ ਹੈ ਤਾਂ ਉਹਨੂੰ ਲੱਗ ਰਿਹਾ ਕਿ ਮੇਰੇ ਨਾਲ ਕੀ ਹੋ ਗਿਆ। ਤਾਂ ਇਹ ਬਹੁਤ ਜ਼ਰੂਰੀ ਹੈ ਐਜੂਕੇਸ਼ਨ ਦੇਣਾ। ਅਗਰ ਉਹ ਫਿਰ ਨੋਰਮਲ ਨਹੀਂ ਹੈ ਤਾਂ ਬੱਚਾ ਦੱਸ ਪਾਏਗਾ ਕਿ ਨੋਰਮਲ ਨਹੀਂ। ਅਗਰ ਆਪਾਂ ਨੂੰ ਪਹਿਲਾਂ ਹੀ ਐਜੂਕੇਟ ਕਰਾਂਗੇ ਇਹ ਚੀਜ਼ਾਂ ਨੋਰਮਲ ਹੈ, ਇਹ ਨੋਰਮਲ ਨਹੀਂ ਹੈ, ਅਗਰ ਤੁਹਾਨੂੰ ਕੋਈ ਪ੍ਰੋਬਲਮ ਲੱਗਦੀ ਹੈ ਮੈਨੂੰ ਦੱਸੋ। ਇਹ ਤਾਂ ਹੋ ਗਈਆਂ ਥੋੜ੍ਹੀ ਛੋਟੇ ਟੋਟਕੇ, ਕੁਛ ਇਸ ਤਰ੍ਹਾਂ ਦਾ ਵੀ ਜਿਹੜਾ ਕਿ ਸਟੀਕ ਲੱਗੇ ਔਰ ਉਸ ਦੇ ਉੱਤੇ ਉਦੋਂ ਬਿਲਕੁਲ ਆਰਾਮ ਆਉਣਾ ਸ਼ੁਰੂ ਹੋ ਜਾਏ। ਦੇਖੋ ਉਹਦੇ ਲਈ ਤਾਂ ਪੂਰਾ ਗਾਈਡਡ ਪਲਾਨ ਹੁੰਦਾ ਸਾਡਾ, ਜਿਵੇਂ ਅਸੀਂ ਪੂਰੀ ਡਾਈਟ ਰਿਕਮੈਂਡ ਕਰਦੇ ਹਾਂ ਕਿ ਤੁਸੀਂ ਇਹ ਖਾਣਾ ਹੈ, ਇਹ ਨਹੀਂ ਖਾਣਾ, ਕਿਹੜੇ ਟਾਈਮ ਖਾਣਾ ਹੈ, ਜਾਂ ਹੋਰ ਕੋਈ ਸਪਲੀਮੈਂਟਸ ਚਾਹੀਦੇ ਨੇ। ਜਿਵੇਂ ਕਈ ਵਾਰ ਡੈਮੇਜ ਹੋ ਗਿਆ, ਹੁਣ ਆਪਾਂ ਨੂੰ ਬਾਡੀ ਨੂੰ ਐਕਸਟਰਾ ਸਪੋਰਟ ਦੇਣੀ ਪੈਣੀ ਹੈ, ਉਹ ਕਿਹੜੇ ਸਪਲੀਮੈਂਟਸ ਹੈ, ਅਤੇ ਜੇ ਉਹਦੇ ਨਾਲ ਥਾਇਰਾਇਡ ਨੂੰ ਵੀ ਇਫੈਕਟ ਹੋਇਆ ਫਿਰ ਆਪਾਂ ਉਹ ਵੀ ਨਾਲ ਹੈਂਡਲ ਕਰਾਂਗੇ, ਕਿਉਂਕਿ ਸਾਰੀਆਂ ਚੀਜ਼ਾਂ ਇੰਟਰਕਨੈਕਟਿਡ ਹੈ। ਤਾਂ ਇਹ ਪੂਰਾ ਜਿਹੜਾ ਪ੍ਰੋਗਰਾਮ ਹੈ ਇਹ ਟਾਰਗੇਟਡ ਉਸ ਲਈ ਹੈ ਕਿ ਆਪਾਂ ਉਸ ਨੂੰ ਪ੍ਰੋਬਲਮ ਨੂੰ ਜੜ ਤੋਂ ਖ਼ਤਮ ਕਰੀਏ ਕਿ ਅਤੇ ਫਿਊਚਰ 'ਚ ਵੀ ਦੁਬਾਰਾ ਨਾ ਹੋਏ, ਹੈ ਨਾ। ਜਦੋਂ ਹੁਣ ਕੋਈ ਸਰਜੀਕਲੀ ਕੋਈ ਲੰਪ ਹੈ, ਕੋਈ ਬ੍ਰੈਸਟ 'ਚ ਹੈ ਜਾਂ ਓਵਰੀਜ਼ 'ਚ ਕੋਈ ਸਿਸਟ ਹੈ ਜਾਂ ਫੈਬਰਾਇਡਸ ਜਾਂ ਯੂਟਰਸ 'ਚ, ਉਹ ਰਿਮੂਵ ਕਰਾ ਲੈਂਦੇ ਆ, ਪਰ ਆਪਾਂ ਉਹਦੀ ਜੜ ਖ਼ਤਮ ਨਹੀਂ ਕੀਤੀ, ਉਹ ਦੁਬਾਰਾ ਫੇਰ ਹੋ ਜਾਂਦੇ ਆ। ਹਾਂ, ਹੁਣ ਤੁਸੀਂ ਕਿੰਨੀ ਵਾਰ ਸਰਜਰੀ ਕਰਾਓਗੇ ਫੀਮੇਲਸ ਦੇ? ਵਾਰ ਤੋਂ ਬਾਅਦ ਤਾਂ ਉਹ ਵੀ ਕਹਿ ਦਿੰਦੇ ਨੇ ਵੀ ਯੂਟਰਸ ਰਿਮੂਵ ਹੋਏਗੀ ਜੀ। ਬਿਲਕੁਲ। ਔਰ ਇਹ ਹੈ ਕਿ ਅੱਜ ਕੱਲ੍ਹ ਨੋਰਮਲ ਡਿਲੀਵਰੀ ਹੋਣਾ ਵੀ ਇੱਕ ਤਰ੍ਹਾਂ ਨਾਲ ਲੱਕ 'ਤੇ ਡਿਪੈਂਡ ਕਰਦਾ। ਤੋ ਬੱਚੇ ਤੁਹਾਡੇ 1 ਹੈ ਜਾਂ 2 ਹੈ, ਸੀ ਸੈਕਸ਼ਨ ਪਹਿਲਾਂ ਹੀ ਹੋ ਗਏ, ਫਾਈਬਰਾਇਡ ਤੁਸੀਂ ਪਹਿਲਾਂ ਕਢਾ ਲਏ ਫਿਰ ਦੁਬਾਰਾ ਕਢਾ ਲਏ, ਉਹ ਇਵੈਂਚੁਅਲੀ ਆਫਕੋਰਸ ਡਾਕਟਰਸ ਕਹਿਣਗੇ ਹੁਣ ਤਾਂ ਤੁਸੀਂ ਕਢਾਈ ਦਿਓ, ਪਰ ਤੁਸੀਂ ਕਢਵਾ ਵੀ ਦਿੱਤਾ ਉਹ ਐਂਡ ਨਹੀਂ ਹੈ। ਉਹ ਜਿਹੜਾ ਤੁਹਾਡੇ ਹਾਰਮੋਨਸ ਹੈ ਜਿਹੜੇ ਤੁਹਾਡੀ ਬਾਡੀ ਨੂੰ ਚਾਹੀਦੇ ਸੀਗੇ ਉਹ ਤੁਸੀਂ ਸਿਸਟਮ ਹੀ ਕੱਢਤਾ, ਉਹ ਹੋਰ ਪ੍ਰੋਬਲਮ ਉਹਦੇ ਨਾਲ ਲੇਟਰ ਏਜ ਹੋਰ ਪ੍ਰੋਬਲਮਸ ਆਉਣਗੀਆਂ। ਬਿਲਕੁਲ। ਕੋਈ ਮੈਂ ਪਹਿਲਾਂ ਵੀ 1 2 ਵਾਰੀ ਗੱਲ ਕੀਤੀ ਹੈ ਦਰਸ਼ਕਾਂ ਨੂੰ ਕਿ ਇਹ ਨਾ ਸਮਝੋ ਕਿ ਫਾਈਬਰਾਇਡ ਜਾਂ ਸਿਸਟ ਕਢਵਾ ਲਈ ਤੁਸੀਂ ਜਾਂ ਉਹ ਜਿਹੜੀ ਯੂਟਰਸ ਰਿਮੂਵ ਕਰਾ ਲਈ ਅਤੇ ਤੁਹਾਡੀ ਪ੍ਰੋਬਲਮ ਸੋਲਵ ਹੋ ਗਈ। ਅਸਲ ਪ੍ਰੋਬਲਮ ਸ਼ੁਰੂ ਇੱਥੋਂ ਹੋਣੀ ਹੈ। ਪਹਿਲਾਂ ਤਾਂ ਹਾਲੇ ਹੋਰ ਤਰ੍ਹਾਂ ਦੀ ਪ੍ਰੋਬਲਮ ਸੀ, ਉਸ ਤੋਂ ਬਾਅਦ ਪ੍ਰੋਬਲਮ ਜਿਹੜੀਆਂ ਬੋਡੀ ਦੇ ਵਿੱਚ ਵੱਢਣਗੀਆਂ ਉਹ ਤੁਹਾਡੇ ਸੋਚ ਤੋਂ ਵੀ ਬਾਹਰ ਹੋ ਸਕਦੀਆਂ ਨੇ, ਅਤੇ ਇਸ ਕਰਕੇ ਇਹਨੂੰ ਰਿਵਰਸ ਕਰਨਾ ਜਿਹੜਾ ਉਹ ਸਭ ਤੋਂ ਵੱਡਾ ਮੈਥਡ ਹੋਏਗਾ। ਅਤੇ ਉਹ ਰਿਵਰਸ ਕਿਵੇਂ ਹੋਏਗਾ, ਉਹ ਕੁਛ ਟੋਟਕੇ ਦਿੱਤੇ ਨੇ ਕਿ ਆਪਾਂ ਨੂੰ ਕੁਛ ਇਹ ਵੀ ਕਰਨਾ ਪਏਗਾ ਕਿ ਕੁਛ ਪਰਹੇਜ਼ ਵੀ ਜ਼ਰੂਰੀ ਨੇ। ਹਾਂਜੀ, ਬਿਲਕੁਲ ਪਰਹੇਜ਼ ਜ਼ਰੂਰੀ ਹੈ। ਜਿਵੇਂ ਮੈਂ ਤੁਹਾਨੂੰ ਕਿਹਾ, ਦੇਖੋ ਚੀਨੀ ਵਾਲੀਆਂ ਜਿਹੜੀਆਂ ਚੀਜ਼ਾਂ ਉਹ ਬੰਦ ਕਰਨੀਆਂ ਪੈਣਗੀਆਂ ਆਪਾਂ ਨੂੰ। ਦੂਜੀ ਚੀਜ਼ ਹੈ ਜਿੰਨਾ ਹੋ ਸਕੇ ਔਰਗੈਨਿਕ, ਕਿਉਂਕਿ ਜਿਹੜੀਆਂ ਵੀ ਪੈਸਟੀਸਾਈਡਸ ਜਾਂ ਹਰਬੀਸਾਈਡਸ ਕੋਈ ਵੀ ਐਵੇਂ ਦੀਆਂ ਚੀਜ਼ਾਂ ਯੂਜ਼ ਹੁੰਦੀਆਂ
ਉਹਨਾਂ ਦੇ ਵਿੱਚ ਮੈਂ ਤੁਹਾਨੂੰ ਕਿਹਾ ਉਹ ਆਰਟੀਫੀਸ਼ੀਅਲ ਹਾਰਮੋਨਸ ਦੀ ਤਰ੍ਹਾਂ ਐਕਟ ਕਰਦੇ ਆ ਆਪਣੀ ਬਾਡੀ 'ਚ। ਹਰ ਇੱਕ ਲਈ ਜ਼ਰੂਰੀ ਨਹੀਂ ਆਰਗੈਨਿਕ ਫੂਡ ਮਿਲੇ, ਘਰ 'ਚ ਵੀ ਦੇਖੋ ਤੁਸੀਂ ਲਗਾ ਸਕਦੇ ਹੋ, ਜਿੰਨਾ ਹੋ ਸਕੇ ਤੁਸੀਂ ਆਰਗੈਨਿਕ ਜਾਣ ਦੀ ਕੋਸ਼ਿਸ਼ ਕਰੋ। ਦੂਜੀ ਚੀਜ਼ ਹੈ ਮਿਲਕ ਪ੍ਰੋਡਕਟਸ ਇੱਕ ਵਾਰ ਤਾਂ ਤੁਹਾਨੂੰ ਬੰਦ ਕਰ ਦੇਣੇ ਚਾਹੀਦੇ ਆ, ਕਿਉਂਕਿ ਉਹ ਉਂਝ ਵੀ ਅਗਰ ਨੈਚੁਰਲੀ ਦੇਖਿਆ ਜਾਏ ਇੱਕ ਇਕੱਲਾ ਇਨਸਾਨ ਹੀ ਹੈ ਦੇਖੋ ਜਿਹੜਾ ਦੁੱਧ ਪੀਂਦਾ ਰਹਿੰਦਾ ਸਾਰੀ ਜ਼ਿੰਦਗੀ। ਦੁੱਧ ਦਾ ਇੱਕੋ ਹੀ ਪਰਪਸ ਹੈ ਇੱਕ ਬੇਬੀ ਨੂੰ ਉਸ ਟਾਈਮ 'ਤੇ ਲੈ ਆਉਣਾ ਜਦੋਂ ਤੱਕ ਉਹ ਦੂਜੇ ਫੂਡਸ ਖਾਣ ਲੱਗ ਜਾਏ। ਮੱਝ ਤਾਂ ਆਪਣੇ ਕੱਟੇ ਨੂੰ ਦੁੱਧ ਪਿਲਾ ਕੇ ਮੱਝ ਬਣਾ ਰਹੀ ਹੈ, ਆਪਾਂ ਆਪਣੇ ਬੱਚੇ ਨੂੰ ਕੱਟੇ ਦਾ ਦੁੱਧ ਮੱਝ ਦਾ ਦੁੱਧ ਪਿਲਾ ਕੇ ਕੀ ਬਣਾ ਰਹੇ ਹਾਂ ਇਹ ਹੁਣ ਆਪ ਡਿਸਾਈਡ ਕਰਨਗੇ। ਅਤੇ ਲੋੜ ਨਹੀਂ ਹੈ ਬਾਡੀ ਨੂੰ ਕਿ ਦੁੱਧ ਹੀ ਜਿਹੜਾ ਪੀਤਾ ਜਾਵੇ। ਦੁੱਧ ਉਲਟਾ ਜਿਹੜਾ ਮੈਂ ਪਹਿਲਾਂ ਇੱਕ ਵੀਡੀਓ ਦੇ ਵਿੱਚ ਵੀ ਅਸੀਂ ਡਿਸਕਸ ਕਰ ਚੁੱਕੇ ਹਾਂ ਕਿ ਦੁੱਧ ਬਾਡੀ ਦੇ ਅੰਦਰ ਦਾ ਕੈਲਸ਼ੀਅਮ ਖਿੱਚ ਕੇ ਲੈ ਜਾਂਦਾ ਹੱਡੀਆਂ ਦੇ ਵਿੱਚੋਂ, ਦੰਦਾਂ ਦੇ ਵਿੱਚੋਂ। ਇਸੇ ਕਰਕੇ ਹੱਡੀਆਂ ਦੇ ਦੰਦਾਂ ਦੀ ਪ੍ਰੋਬਲਮ ਜਿਹੜੀ ਹੈ ਉਹ ਜ਼ਿਆਦਾ ਵੱਧ ਰਹੀ ਹੈਗੀ। ਕਿ ਜਿਹੜਾ ਇਹ ਜਦੋਂ ਤੁਹਾਡੇ ਵਾਲਾ ਪ੍ਰੋਗਰਾਮ ਬੰਦਾ ਲੈਂਦਾ ਹੈਗਾ, ਉਹ ਜਿਹੜੀ ਕੋਈ ਵੀ ਬੱਚੀ ਜਾਂ ਕੋਈ ਵੀ ਲੇਡੀ ਜਾਂ ਕੋਈ ਵੀ ਮਾਂ ਭੈਣ ਜਿਹੜੀ ਉਹ ਲੈਂਦੀ ਹੈਗੀ, ਕਿੰਨੇ ਕੁ ਦੇਰ ਦੇ ਵਿੱਚ ਜਿਹੜੀ ਉਹਦੀ ਪ੍ਰੋਬਲਮ ਹੈ ਉਹ ਰਿਵਰਸ ਹੋਣੀ ਸ਼ੁਰੂ ਹੋ ਜਾਂਦੀ ਹੈ? ਇੱਕ ਤਾਂ ਹਰ ਇੱਕ ਬਾਡੀ ਦਾ ਦੇਖੋ ਆਪਣਾ ਹਿਸਾਬ ਹੁੰਦਾ, ਠੀਕ ਹੈ। ਦੂਜਾ ਜਿਵੇਂ ਮੈਂ ਕਿਹਾ ਉਹਦੇ 'ਚ ਡੈਮੇਜ ਕਿੰਨਾ ਹੋਇਆ। ਪਰ ਅਗਰ ਕੋਈ ਯੰਗ ਬੱਚਾ ਹੈ, ਉੱਥੇ ਦੇਖੋ ਜਿਹੜੀ ਆਪਣੀ ਬਾਡੀ ਜਿਵੇਂ ਨਵੇਂ ਸੈੱਲ ਬਣਾਉਂਦੀ ਹੈ, ਉਹ ਬੱਚੇ 'ਚ ਹਜੇ ਉਹ ਸੈੱਲ ਬਣ ਰਹੇ ਹੈ, ਤਾਂ ਉੱਥੇ ਰਿਵਰਸ ਕਰਨਾ ਬਹੁਤ ਈਜ਼ੀ ਹੈ। ਵਿਦਨ 2 ਮੰਥਸ ਤੋਂ ਉਸ ਤੋਂ ਪਹਿਲਾਂ ਵੀ ਹੋ ਸਕਦਾ ਹੈ ਨਾ। ਕਈ ਕੇਸਿਸ 'ਚ ਅਸੀਂ ਦੇਖਦੇ ਹਾਂ 2 ਹਫ਼ਤੇ ਬਾਅਦ ਹੀ ਚੇਂਜ ਆਉਣੀ ਸ਼ੁਰੂ ਹੋ ਜਾਂਦੀ ਹੈ। ਜਿਵੇਂ ਕਈਆਂ ਨੂੰ ਸਲੀਪ ਦੀ ਪ੍ਰੋਬਲਮ ਆ ਰਹੀ ਹੈ, ਕੋਈ ਹੋਰ ਪ੍ਰੋਬਲਮ ਆ ਰਹੀ ਹੈ, ਇਹ ਸਾਰੇ ਸਿੰਮਟਮਸ ਹੈ। ਜਿੱਥੇ ਸਿੰਮਟਮਸ ਘਟਣੇ ਸ਼ੁਰੂ ਹੋ ਗਏ, ਦੇਖੋ ਬਹੁਤ ਛੋਟੇ ਛੋਟੇ ਸਾਈਨਸ ਹੁੰਦੇ, ਜਿੱਥੇ ਇੱਕ ਸਾਈਨ ਤੁਹਾਨੂੰ ਲੱਗਿਆ ਕਿ ਇਹ ਠੀਕ ਹੋ ਗਿਆ, ਉੱਥੇ ਆਪਾਂ ਸਮਝੋ ਰਿਵਰਸ ਹੋਣੀ ਸ਼ੁਰੂ ਹੋ ਗਈ ਕੰਡੀਸ਼ਨ। ਸਭ ਤੋਂ ਵੱਡਾ ਇਹਦਾ ਸਾਈਨ ਹੁੰਦਾ ਮੂਡ ਸਵਿੰਗ ਹੋਣ ਲੱਗ ਜਾਂਦੇ ਨੇ, ਬੰਦਾ ਚਿੜਚਿੜਾ ਹੋ ਜਾਂਦਾ, ਬੜੀ ਬੁਰੀ ਤਰ੍ਹਾਂ ਲੜਾਕਾ ਜਿਹਾ ਹੋ ਜਾਂਦਾ। ਜੇ ਉਹ ਠੀਕ ਹੋਣ ਲੱਗਦਾ ਸਮਝ ਲਓ ਵੀ ਇਹ ਠੀਕ ਹੋ ਰਿਹਾ। ਇਹ ਬਿਲਕੁਲ ਸਹੀ ਹੈ, ਠੀਕ ਹੈ। ਇਹਨੂੰ PMS ਵੀ ਬੋਲਦੇ ਹਾਂ, ਸਪੈਸ਼ਲੀ ਗਰਲਸ ਦੇ ਵਿੱਚ ਪੀਰੀਅਡਸ ਦੇ ਕੋਲ ਬਹੁਤ ਜ਼ਿਆਦਾ ਮੂਡ ਸਵਿੰਗਸ ਹੁੰਦੇ ਆ। ਤਾਂ ਦੇਖੋ ਜਿਹੜੇ ਹਾਰਮੋਨਸ ਹੈ ਉਹ ਆਪਣੇ ਇਮੋਸ਼ਨਸ ਨੂੰ ਕੰਟਰੋਲ ਕਰਦੇ ਆ, ਤਾਂ ਉਹ ਜਦੋਂ ਬੈਲੈਂਸ ਵੀ ਨਹੀਂ ਹੈਗੇ ਉਹ ਬੰਦਾ ਚਿੜਚਿੜਾ ਹੋਏਗਾ ਹੀ ਉਹਨੂੰ। ਹਾਂ ਬਿਲਕੁਲ। ਤਾਂ ਇਹ ਜਦੋਂ ਇਹ ਠੀਕ ਹੋ ਗਿਆ, ਇਹ ਬਹੁਤ ਵੱਡਾ ਸਾਈਨ ਹੈ ਕਿ ਆਪਾਂ ਹਾਂਜੀ ਨਹੀਂ ਹੋਰ ਵੀ ਬਹੁਤ ਹੈ, ਉਸ ਤੋਂ ਪਹਿਲਾਂ ਹੀ ਕਾਫੀ ਸਾਈਨ ਸ਼ੁਰੂ ਹੋ ਜਾਂਦੇ ਆ, ਠੀਕ ਹੈ। ਅਗਰ ਕਿਸੇ ਨੂੰ ਪ੍ਰੋਪਰ ਸਲੀਪ ਹੀ ਨਹੀਂ ਆ ਰਹੀ ਕਿਉਂਕਿ ਸਟ੍ਰੈਸ ਇੰਨਾ ਵੱਧ ਗਿਆ ਹੈ ਨਾ, ਅਗਰ ਉਹਨੂੰ ਪ੍ਰੋਪਰ ਸਲੀਪ ਹੀ ਆਉਣੀ ਸ਼ੁਰੂ ਹੋ ਜੇ, ਆਪਾਂ ਕਹਾਂਗੇ ਬਹੁਤ ਵਧੀਆ ਸਾਈਨ ਹੈ ਕਿ ਉਹਨੂੰ ਹੁਣ ਨੀਂਦ ਆਉਣੀ ਸ਼ੁਰੂ ਹੋ ਗਈ। ਜਾਂ ਕਿਸੇ ਦੇ ਹੋ ਸਕਦਾ ਕਿ ਕੋਈ ਇੱਕ ਸਪੈਸੀਫਿਕ ਕਾਈਂਡ ਆਫ ਫੂਡ ਹੈ ਨਹੀਂ ਹਜਮ ਕਰ ਪਾ ਰਿਹਾ ਸੀ, ਪਰ ਹੁਣ ਉਹ ਬਾਡੀ ਹਜਮ ਕਰ ਪਾ ਰਹੀ ਹੈ, ਇਹਦਾ ਮਤਲਬ ਆਪਾਂ ਉਹਨੂੰ ਰਿਵਰਸ ਕਰਨਾ ਸ਼ੁਰੂ ਕਰਤਾ ਕੰਡੀਸ਼ਨ ਨੂੰ। ਠੀਕ ਹੈ ਜੀ, ਇਹ ਤੁਸੀਂ ਕੁੱਲ ਮਿਲਾ ਕੇ ਬੜੀ ਵਧੀਆ ਜਾਣਕਾਰੀ ਦਿੱਤੀ ਹੈ। ਕੋਈ ਜਾਂਦਿਆਂ ਨੇ ਕੋਈ ਜਿਹੜੀ ਬੱਚੀ ਨਵੀਂ ਜਿਹੜੀ ਹੈਗੀ ਜਿਹਨੂੰ ਮਿਨਾਰਕੀ ਏਜ ਆਇਆ ਹੈਗਾ, ਉਹਨੂੰ ਪੀਰੀਅਡ ਸਟਾਰਟ ਹੋਏ ਨੇ, ਕਿਉਂਕਿ ਸਭ ਤੋਂ ਚਿੰਤਾਜਨਕ ਹਾਲਤ ਜਿਹੜੀ ਆ ਉਹ ਜਿਹੜੀਆਂ ਯੰਗ ਜਿਹੜੀ ਜਨਰੇਸ਼ਨ ਦੇ ਉੱਤੇ ਹੈ, ਕਿਉਂਕਿ ਉਹਨੇ ਅੱਗੇ ਚੱਲ ਕੇ ਜਿਹੜੀ ਉਹ ਇੱਕ ਜਿਹੜੀ ਦੇਸ਼ ਦੀ ਆਬਾਦੀ ਨੂੰ ਅੱਗੇ ਵਧਾਉਣਾ, ਜਿਹੜੀ ਸਮਾਜ ਨੂੰ ਅੱਗੇ ਵਧਾਉਣਾ ਹੈਗਾ। ਜਿਹੜੀਆਂ ਛੋਟੀਆਂ ਬੱਚੀਆਂ ਨੇ ਜਿਨ੍ਹਾਂ ਨੂੰ ਪੀਰੀਅਡ ਹਾਲੇ ਸਟਾਰਟ ਹੋਏ ਨੇ, ਕੀ ਕਹਿਣਾ ਚਾਹੋਗੇ? ਦੇਖੋ ਮੇਰਾ ਇੱਕੋ ਹੀ ਮੈਸੇਜ ਹੈ, ਜੇ ਛੋਟੇ ਬੱਚੇ ਹੈ ਉੱਥੇ ਰਿਸਪੋਂਸਿਬਿਲਿਟੀ ਮਦਰਸ ਦੀ ਜ਼ਿਆਦਾ ਹੈ, ਪਰ ਬੱਚਿਆਂ ਨੂੰ ਵੀ ਮੈਂ ਕਹਿਣਾ ਚਾਹੂੰਗੀ ਕਿ ਠੀਕ ਹੈ ਆਪਣੀ ਏਜ ਹੈ, ਖਾਓ ਪੀਓ, ਪਰ ਧਿਆਨ ਰੱਖੋ ਕਿ ਆਪਾਂ ਕਿਹੜੀ ਚੀਜ਼ ਕਿੰਨੀ ਲਿਮਿਟਸ ਖਾਣੀ ਹੈ ਨਾ। ਬਾਕੀ ਹੈ ਜਿਵੇਂ ਮੈਂ ਤੁਹਾਨੂੰ ਕਿਹਾ ਮਦਰਸ ਜ਼ਿਆਦਾ ਧਿਆਨ ਦੇ ਸਕਦੀਆਂ, ਮਿਲਕ ਪ੍ਰੋਡਕਟਸ ਨਹੀਂ ਦੇਣੇ ਚਾਹੀਦੇ, ਨਹੀਂ ਦੇਣਾ ਚਾਹੀਦਾ। ਪਰ ਤੁਸੀਂ ਇੱਕ ਬੱਚੇ ਤੋਂ ਪੂਰੀ ਲਾਈਫ ਵੀ ਨਹੀਂ ਖੋ ਸਕਦੇ, ਠੀਕ ਹੈ। ਅਗਰ ਉਹ ਲੈ ਰਿਹਾ ਬੱਚਾ, ਅਗਰ ਤਾਂ ਦੇਖੋ ਪ੍ਰੋਬਲਮ ਹੈ ਫਿਰ ਤਾਂ ਬੰਦ ਕਰਨਾ ਹੀ ਪਏਗਾ। ਪਰ ਨੋਰਮਲੀ ਵੀ ਅਗਰ ਮੈਂ ਗਰਲਸ ਦੀ ਗੱਲ ਕਰਾਂ ਕਿ ਆਪਾਂ ਨੂੰ ਆਪਣੇ ਖਾਣੇ ਦਾ ਧਿਆਨ ਰੱਖਣਾ ਚਾਹੀਦਾ, ਸਿਰਫ ਉਦੋਂ ਨਹੀਂ ਰੱਖਣਾ ਚਾਹੀਦਾ ਜਦੋਂ ਪ੍ਰੋਬਲਮ ਆ ਗਈ, ਉਦੋਂ ਰੱਖੋ ਕਿ ਪ੍ਰੋਬਲਮ ਆਈ ਨਾ, ਕਿਉਂਕਿ ਉਹ ਪ੍ਰੋਬਲਮ ਅੱਜ ਨਹੀਂ ਹੈ ਤਾਂ 5 ਸਾਲ ਬਾਅਦ ਆ ਸਕਦੀ ਹੈ। ਉਹ ਆਏਗੀ ਸਾਰੇ ਖਾਣੇ ਤੋਂ ਹੀ, ਜੋ ਆਪਾਂ ਆਪਣੇ ਸਰੀਰ 'ਚ ਪਾਉਣਾ ਹੈ ਉਹਨੇ ਕਿਵੇਂ ਜਾ ਕੇ ਐਕਟ ਕਰਨਾ ਹੈ, ਉੱਥੋਂ ਹੀ ਪ੍ਰੋਬਲਮ ਸਟਾਰਟ ਹੁੰਦੀਆਂ, ਠੀਕ ਹੈ। ਤਾਂ ਮੇਰਾ ਮੈਸੇਜ ਇਹੀ ਹੈ, ਚੰਗਾ ਖਾਓ, ਠੀਕ ਹੈ, ਹੈਲਦੀ ਖਾਓ ਅਤੇ ਖੁਸ਼ ਰਹੋ। ਜੇ ਬੁਰੀ ਤਰ੍ਹਾਂ ਫਸ ਗਏ ਹੋ ਤਾਂ ਸਾਡੇ ਕੋਲ ਆਓ। ਹਾਂ ਦੇਖੋ ਜੋ PCOS ਤੇ PCOD ਜਿਹੜੇ ਹੈ ਇਹ ਬਹੁਤ ਸਕੇਰੀ ਲੱਗਦੀ ਹੈ ਚੀਜ਼, ਇਹ ਬਹੁਤ ਡਰਾਵਨੀ ਲੱਗਦੀ ਹੈ ਕਿ ਪ੍ਰੋਬਲਮ ਹੋ ਗਈ ਹੁਣ ਪਤਾ ਨਹੀਂ ਫਿਊਚਰ 'ਚ ਕੀ ਹੋਏਗਾ, ਪਰ ਇਹਦਾ ਜੋ ਇਹਨੂੰ ਰਿਵਰਸ ਕਰਨਾ ਬਹੁਤ ਈਜ਼ੀ ਹੈ, ਠੀਕ ਹੈ। ਆਪਾਂ ਉਹਨਾਂ ਨੂੰ ਡਰਾਉਣਾ ਨਹੀਂ ਹੈ, ਪਰ ਇਹ ਹੈ ਕਿ ਇਹ ਬਹੁਤ ਹੀ ਈਜ਼ੀ ਹੈ। ਤੁਸੀਂ ਸਿਰਫ ਆਪਣਾ ਖਾਣਾ ਚੇਂਜ ਕਰੋ ਤਾਂ ਆਪਣੀ ਕੰਡੀਸ਼ਨ ਨੂੰ ਚੇਂਜ ਕਰੋ, ਬਸ। ਬਹੁਤ ਧੰਨਵਾਦ ਜੀ, ਤੁਸੀਂ ਬੜੇ ਵਿਸਥਾਰ ਦੇ ਨਾਲ ਔਰ ਪੂਰੀ ਇੱਕ ਚੀਜ਼ ਦੀ ਬਰੀਕੀ ਨੂੰ ਦਰਸ਼ਕਾਂ ਦੇ ਅੱਗੇ ਸਾਹਮਣੇ ਖੋਲ੍ਹ ਕੇ ਰੱਖ ਦਿੱਤਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ। ਸੋ ਸਨ ਅਮਨਦੀਪ ਕੌਰ ਜੀ,
ਤੁਸੀਂ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਬਾਡੀ ਦੇ ਅੰਦਰ ਆਹ ਜੀਵ ਹੈ ਨਾ ਜਿਹੜੀ, ਜੇ ਆਪਾਂ ਇਹਨੂੰ ਕੰਟਰੋਲ ਕਰ ਲਈਏ ਤੇ ਬਹੁਤ ਕੁਝ ਕੰਟਰੋਲ ਹੋ ਸਕਦਾ। 90 ਤੋਂ 99% ਬਿਮਾਰੀਆਂ ਜਿਹੜੀਆਂ ਨੇ ਜੀਭ ਦੀ ਦਿੱਤੀਆਂ ਹੋਈਆਂ ਨੇ। 4 ਇੰਚ ਦੀ ਜੀਭ ਹੈ ਤੇ ਬਿਮਾਰੀਆਂ ਜਿਹੜੀਆਂ ਨੇ ਉਹ ਕਿੱਡੀਆਂ ਕਿੱਡੀਆਂ ਹੁੰਦੀਆਂ ਨੇ। ਤੁਸੀਂ ਦੇਖ ਸਕਦੇ ਹੋ ਕਿ ਜੇ ਇਮੈਜਿਨ ਕਰੋ ਕਿ ਜੇਕਰ ਬਾਡੀ ਦੇ ਹਰ ਵਾਈਟਲ ਔਰਗਨ ਦੇ ਉੱਤੇ ਇੱਕ ਜੀਭ ਲੱਗੀ ਹੁੰਦੀ ਤੇ ਆਪਾਂ ਕਦੋਂ ਤੱਕ ਮਰ ਮੁਰ ਕਰਕੇ ਪੁਰਾਣੇ ਹੋ ਗਏ ਹੁੰਦੇ। ਕਿਉਂਕਿ ਲੀਵਰ ਦੇ ਜੀਭ ਨਹੀਂ ਲੱਗੀ ਹੋਈ ਤਾਂ ਉਹ ਮਨਾ ਕਰ ਦਿੰਦਾ ਵੀ ਮੈਂ ਨਹੀਂ ਲੈਣਾ, ਇਹਨੂੰ ਬਾਹਰ ਕੱਢੋ। ਜੇ ਕਿਡਨੀ ਦੇ ਜੀਭ ਨਹੀਂ ਲੱਗੀ ਤੇ ਉਹ ਵੀ ਕਹਿ ਦਿੰਦਾ ਮੈਂ ਬਾਹਰ ਕੱਢੋ ਇਹਨੂੰ, ਇਹ ਤਾਂ ਮੈਨੂੰ ਖਰਾਬ ਕਰੇਗਾ। ਹਰ ਔਰਗਨ ਬਾਡੀ ਦਾ ਇਹ ਕਹਿ ਰਿਹਾ ਕਿ ਬਾਹਰ ਕੱਢੋ, ਸਾਨੂੰ ਨਹੀਂ ਚਾਹੀਦਾ। ਜੇ ਸੋਚੋ ਵੀ ਉਹਨਾਂ ਦੇ ਵੀ ਜੀਭ ਲੱਗੀ ਹੁੰਦੀ, ਸਵਾਦ ਹੁੰਦਾ, ਉਹ ਵੀ ਲੈ ਲੈਂਦੇ ਤੇ ਆਪਾਂ ਮਰ ਕੇ ਕਦੋਂ ਦੇ ਪੁਰਾਣੇ ਹੋ ਚੁੱਕੇ ਹੁੰਦੇ। ਕਿੱਡਾ ਵੱਡਾ ਇੰਡੀਕੇਸ਼ਨ ਹੈ। ਆਪਣੀ ਬਾਡੀ ਦੇ ਅੰਦਰ ਜਿਹੜੇ ਨੇ ਜਿੰਨੇ ਵੀ ਔਰਗਨ ਨੇ ਉਹ ਮਨਾ ਕਰ ਰਹੇ ਨੇ ਵੀ ਅਸੀਂ ਨਹੀਂ ਲੈਣਾ। ਆਪਣੀ ਸਿਰਫ ਜੀਭ ਹੈ ਜਿਹੜੀ ਆਪਾਂ ਨੂੰ ਮਰਾ ਰਹੀ ਹੈ। ਜੀਭ ਦਾ ਸਵਾਦ ਵੀ ਬਹੁਤ ਵੱਡੀ ਚੀਜ਼ ਹੁੰਦੀ ਹੈ। ਇਹਦੇ 'ਚ ਆਪਾਂ ਇਸ ਰਸ ਤੋਂ ਵੀ ਆਪਾਂ ਵਾਂਝੇ ਨਹੀਂ ਹੋਣਾ। ਪਰ ਇਹ ਨਹੀਂ ਹੈਗਾ ਕਿ ਆਪਾਂ ਇਹੋ ਜਿਹਾ ਲੱਕੜ ਪਾਥੀ ਜੋ ਵੀ ਆਇਆ ਆਪਾਂ ਬੋਰੀ ਵਾਂਗੂ ਅੰਦਰ ਪਾ ਦੇਣਾ ਅਤੇ ਅੰਦਰ ਉਸ ਦਾ ਸਰੀਰ ਦਾ ਸੱਤਿਆਨਾਸ਼ ਕਰ ਲੈਣਾ। ਅਮਨਦੀਪ ਜੀ ਨੇ ਅੱਜ ਪੂਰੇ ਵਿਸਥਾਰ ਦੇ ਨਾਲ ਸਮਝਾਇਆ ਕਿ ਕਿਸ ਤਰ੍ਹਾਂ ਬਾਡੀ ਦੇ ਅੰਦਰ ਕਿਹੜੀਆਂ ਕਿਹੜੀਆਂ ਚੀਜ਼ਾਂ ਜਾ ਕੇ ਖਰਾਬ ਕਰ ਰਹੀਆਂ ਨੇ, ਕਿੱਦਾਂ ਖਰਾਬ ਕਰ ਰਹੀਆਂ ਨੇ। PCOD ਦੀ ਪ੍ਰੋਬਲਮ ਜਿਹੜੀ ਆ ਉਹ ਕਿੱਥੋਂ ਸ਼ੁਰੂ ਹੁੰਦੀ ਹੈ, ਕਿੱਦਾਂ ਸ਼ੁਰੂ ਹੁੰਦੀ ਹੈ, ਕਿਹੜੀ ਸਟੇਜ ਦੇ ਤੱਕ ਜਿਹੜੀ ਆ ਉਹ ਕਿਹੜੀ ਇੰਡੀਕੇਸ਼ਨਸ ਆਉਂਦੀਆਂ ਨੇ, ਕਿਹੜੀ ਸਟੇਜ ਤੱਕ ਪਹੁੰਚ ਕੇ ਵੀ ਆਪਾਂ ਇਸ ਨੂੰ ਰਿਵਰਸ ਕਰ ਸਕਦੇ ਹਾਂ, ਕਿੱਦਾਂ ਰਿਵਰਸ ਕਰ ਸਕਦੇ ਹਾਂ, ਪੂਰੇ ਵਿਸਥਾਰ ਦੇ ਨਾਲ ਤੁਹਾਡੇ ਸਾਹਮਣੇ ਅੱਜ ਰੱਖ ਦਿੱਤਾ ਗਿਆ। ਉਮੀਦ ਕਰਦੇ ਹਾਂ ਕਿ ਇਹ ਗੱਲਬਾਤ ਤੁਹਾਨੂੰ ਪਸੰਦ ਆਈ ਹੋਵੇਗੀ ਅਤੇ ਜੇ ਪਸੰਦ ਆਈ ਹੈ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਕਿਉਂਕਿ ਮੈਨੂੰ ਪਤਾ ਹੈ ਕਿ ਬਹੁਤ ਸਾਰੀ ਵੱਡੀ ਤਾਦਾਦ ਵਿੱਚ ਜਿਹੜੀਆਂ ਮਾਵਾਂ ਭੈਣਾਂ ਬੱਚੀਆਂ ਨੂੰ ਇਹ ਪ੍ਰੋਬਲਮ ਹੈਗੀ ਹੈ। ਚਾਹੇ ਕੋਈ ਦੱਸ ਰਿਹਾ ਅਤੇ ਚਾਹੇ ਕੋਈ ਨਹੀਂ ਦੱਸ ਰਿਹਾ। ਅਤੇ ਜੇ ਕਿਸੇ ਇੱਕ ਨੇ ਵੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਆਪਣੇ ਬਾਡੀ ਦੇ ਅੰਦਰ ਚੇਂਜਿਸ ਲਿਆ ਕੇ, ਆਪਣੇ ਖਾਣ ਪਾਣ ਦੇ ਅੰਦਰ ਚੇਂਜਿਸ ਲਿਆ ਕੇ ਜਾਂ ਫਿਰ ਅਮਨਦੀਪ ਕੌਰ ਜੀ ਦੇ ਨਾਲ ਮਿਲ ਕੇ ਆਪਣੀ ਸਮੱਸਿਆ ਦਾ ਹੱਲ ਕੱਢ ਲਿਆ ਤਾਂ ਅਸੀਂ ਸਮਝਾਂਗੇ ਕਿ ਇਸ ਨੂੰ ਵੀਡੀਓ ਨੂੰ ਬਣਾਉਣ ਦਾ ਮਕਸਦ ਕਾਮਯਾਬ ਰਿਹਾ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।